ਸੁਰ ਨਰ ਭਜੇ। ਸਤਿਗੁਰ ਚਰਨ ਜਿਨ ਪਰਸਿਆ, ਸੇ ਪਾਸ ਪ੍ਰੀਤ ਸੁਰ ਨਰ ਭਜੇ। ਦੰਡੌਤ ਬੰਦਨ ਅਨੰਕਾਰ, ਸਰਬ ਕਲਾ ਸਮਰੱਥ। ਡੋਲਨ ਤੇ ਰਾਖੋ ਪ੍ਰਭੂ, ਨਾਨਕ ਦੇ ਪਰ ਹੱਥ। ਗੁਰ ਅਮਰਦਾਸ ਪਰਸੀਐ, ਓਹਮ ਪਾਤਕ ਵਿਨਾਸਹਿ। ਗੁਰ ਅਮਰਦਾਸ ਪਰਸੀਐ, ਸਿਧ ਸਾਧਕ ਆਸਾ ਸਹਿ। ਗੁਰ ਅਮਰਦਾਸ ਪਰਸੀਐ, ਧਿਆਨ ਲਹੀਐ ਪਉ ਮੁਕਹਿ। ਗੁਰ ਅਮਰਦਾਸ ਪਰਸੀਐ, ਅਭਉ ਲਭੈ ਗਉ ਚੁਕਹਿ। ਇਕ ਬਿਨ ਦੋ ਗੁਣ ਜੋ ਤਉ ਰਹੈ, ਜਾ ਸਮੰਤਰ ਮਾਨਵਹਿ ਲਹੈ। ਜਾਲ ਪਾ ਪਦਾਰਥ ਹਿਤੜੇ, ਗੁਰ ਅਮਰਦਾਸ ਡਿਠੇ ਮਿਲਹਿ। ਜਾਲ ਪਾ ਪਦਾਰਥ ਹਿਤੜੇ, ਗੁਰ ਅਮਰਦਾਸ ਡਿਠੇ ਮਿਲਹਿ। ਮੂਕ ਉਚਰੈ ਸ਼ਾਸਤਰ ਖਟ, ਪਿੰਗ ਗਿਰਨ ਚੜ ਜਾਏ। ਅੰਧ ਲਖੈ ਬਦਰੋ ਸੁਣੈ, ਜੋ ਕਾਲ ਕਿਰਪਾ ਕਰਾਏ। ਅੰਧ ਲਖੈ ਬਦਰੋ ਸੁਣੈ, ਜੋ ਕਾਲ ਕਿਰਪਾ ਕਰਾਏ। ਅਬ ਰੱਖੋ ਦਾਸ ਪਾਟ ਕੀ ਲਾਜ, ਜੈਸੀ ਰਾਖੀ ਲਾਜ ਭਗਤ ਪ੍ਰਹਲਾਦ ਕੀ। ਹਰਨਾਕ ਸੁਫਾਰੇ ਕਰ ਆਜ, ਤੁਮ ਦ੍ਰੋਪਦੀ ਲਾਜ ਰਖੀ ਹਰ ਪ੍ਰਭ ਜੀ। ਸ਼ੀਨਤ ਵਸਤਰ ਦੀਨ ਬਹੁ ਸਾਜ, ਸੁਦਾਮਾ ਆਪਦਾ ਤੇ ਰਾਖਿਆ। ਗਨ ਕਾ ਪੜਤ ਪੂਰੇ ਤਿਹ ਕਾਜ, ਸ੍ਰੀ ਸਤਿਗੁਰ ਸੋ ਪ੍ਰਸੰਨ ਕਲ ਯੁਗ ਹੋਏ। ਰਾਖੋ ਦਾਸ ਪਾਟ ਕੀ ਲਾਜ, ਜੇ ਸਤਿਗੁਰ ਸਿਮਰੰਤ ਨਾਨਕੇ ਸਿਮਰ ਮਿਟਹਿ ਖਿਨ। ਜੇ ਸਤਿਗੁਰ ਸਿਮਰੰਤ ਹਿਰਦੈ ਹਰ ਨਾਮ ਦਿਨੋ ਦਿਨ। ਜਿਹ ਸਤਿਗੁਰ ਸਿਮਰੰਤ, ਜੀ ਕੀ ਤਪਤ ਮਿਟਾਵੈ। ਜਿਹ ਸਤਿਗੁਰ ਸਿਮਰੰਤ, ਰਿਦ ਸਿਧ ਨਵ ਨਿਧ ਪਾਵੈ। ਸੋਈ ਰਾਮਦਾਸ ਗੁਰ ਬਲ ਭਣ, ਮਿਲ ਸੰਗਤ ਧਨ ਧਨ ਕਰੋ। ਜਿਹ ਸਤਿਗੁਰ ਲਗ ਪ੍ਰਭ ਪਾਈਐ, ਸੋ ਸਤਿਗੁਰ ਸਿਮਰਹੁ ਨਰਹੁ। ਜਿਹ ਸਤਿਗੁਰ ਲਗ ਪ੍ਰਭ ਪਾਈਐ, ਸੋ ਸਤਿਗੁਰ ਸਿਮਰਹੁ ਨਰਹੁ।
ਵਾਸ ਕਰੈ ਸਭੈ ਬਲ, ਸਦਾ ਸੁਖ ਮਨ ਵਸੈ ਦੁਖ ਸੰਸਾਰੈ ਖੋਵੈ। ਗੁਰ ਨਵਨਿਧ ਦਰਿਆਓ ਜਨਮ ਹਮ ਕਾਲਖ ਧੋਵੈ। ਸੁਖਹੁ ਟਲ ਗੁਰ ਸੇਵੀਐ ਅਹਨਿਸ ਸਹਜ ਸੁਭਾਇ। ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਇ। ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਇ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾਂ। ਅਬਿਨਾਸੀ ਜੀਅਨ ਕੋ ਦਾਤਾ, ਸਿਮਰਤ ਸਭ ਮਲ ਕੋਈ। ਗੁਣ ਨਿਧਾਨ ਭਗਤਨ ਕੋ ਬਰਤਨ, ਬਿਰਲਾ ਪਾਵੇ ਕੋਈ। ਅਬਿਨਾਸੀ ਜੀਅਨ ਕੋ ਦਾਤਾ, ਸਿਮਰਤ ਸਭ ਮਲ ਕੋਈ। ਗੁਣ ਨਿਧਾਨ ਭਗਤਨ ਕੋ ਬਰਤਨ, ਬਿਰਲਾ ਪਾਵੇ ਕੋਈ। ਮੇਰੇ ਮਨ ਜਪ ਗੁਰ ਗੋਪਾਲ ਪ੍ਰਭ ਸੋਈ। ਜਾ ਕੀ ਸਰਣ ਪਿਆ ਸੁਖ ਪਾਈਐ, ਬਾਹੁੜ ਦੁਖ ਨਾ ਹੋਈ। ਰਹਾਉ ਵੱਡ ਭਾਗੀ ਸਾਧ ਸੰਗ ਪ੍ਰਾਪਤ, ਤਿਨ ਭੇਟਤ ਦੁਰਮਤ ਕੋਈ। ਤਿਨ ਕੀ ਧੂਰ ਨਾਨਕ ਦਾਸ ਪਾਛੈ, ਜਿਨ ਹਰ ਨਾਮ ਹਿਰਦੈ ਪਰੋਈ। ਸਾਧ ਵੱਡ ਭਾਗੀ ਸਾਧ ਸੰਗ ਪ੍ਰਾਪਤ, ਤਿਨ ਭੇਟਤ ਦੁਰਮਤ ਖੋਈ। ਤਿਨ ਕੀ ਧੂਰ ਨਾਨਕ ਦਾਸ ਬਾਛੈ, ਜਿਨ ਹਰ ਨਾਮ ਹਿਰਦੈ ਪਰੋਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੱਚੇ ਪਾਤਸ਼ਾਹ ਤਖਤ ਚਾਬਰ ਸ਼ਤਰ ਦੇ ਮਾਲਕ, ਦੀਨਾ ਬੰਧੂ, ਕਿਰਪਾ ਦੇ ਸਾਗਰ, ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਹਜ਼ੂਰ ਦੀ ਪਰਮ ਦਇਆ ਸਦਕਾ ਆਪ ਜੀ ਹਫ਼ਤਾਵਾਰੀ ਦੀਵਾਨ ਵਿੱਚ ਹਾਜ਼ਰੀ ਭਰ ਰਹੇ ਹੋ। ਐਤਵਾਰ ਦਾ ਦਿਨ ਸਤਿਗੁਰਾਂ ਜੀ ਦੇ ਹਜ਼ੂਰ ਸਜਿਆ ਹੋਇਆ ਦੀਵਾਨ, ਰੁਝੇਵਿਆਂ ਭਰੀ ਜ਼ਿੰਦਗੀ, ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਹਜ਼ੂਰ ਆਪ ਬੜੇ ਉਤਸ਼ਾਹ ਨਾਲ ਆਏ ਹੋ। ਸ਼ਬਦ ਦਾ ਪ੍ਰਸ਼ਾਦ ਲੈਣ ਵਾਸਤੇ, ਸਤਿਗੁਰੂ ਦੀ ਪਵਿੱਤਰ ਬਾਣੀ ਦਾ ਕੀਰਤਨ ਹੋਇਆ ਹੈ। ਥੋੜ੍ਹੇ ਸਮੇਂ ਲਈ ਹੁਣ ਕਥਾ ਹੋਵੇਗੀ ਗੁਰੂ ਸ਼ਬਦ ਦੀ। ਆਪ ਜੀ ਪਿਆਰ ਤੇ ਇਕਾਗਰਤਾ ਨਾਲ ਮਹਾਰਾਜ ਜੀ ਦੇ ਉਪਦੇਸ਼ ਨੂੰ ਸਰਵਣ ਕਰਨਾ। ਮੈਰੀਲੈਂਡ ਦੀ ਧਰਤੀ ਤੇ ਆਪ ਸੰਗਤਾਂ ਦੇ ਪਿਆਰ ਉਤਸ਼ਾਹ ਨਾਲ ਦਾਸ ਨੂੰ ਸੱਦਾ ਦਿੱਤਾ। ਮਹਾਰਾਜ ਜੀ ਨੇ ਸੁਭਾਗ ਬਖਸ਼ਿਆ ਆਪ ਸੰਗਤਾਂ ਦੇ ਦਰਸ਼ਨਾਂ ਦਾ। ਥੋੜ੍ਹੀ
जी आवाज़ गूंजदी है, थोड़ा ठीक कर दो। एक हफ्ते तो बच्चों के जिथे कैंप लगते रहे है, शाम को कथा का प्रवाह भी चलता रहा है। गुरु तेग बहादुर सच्चे पातशाह जी महाराज की बरागमई बाणी की जैजावंती राग के 4 शब्दों की कथा। हाँ जी ठीक है, आप संगतां ने सरवण की है। बहुत गुरसिखां विच गुरबाणी के बोध नूं प्राप्त करन दा उत्साह वेखिआ। अपने इतिहास नूं जानन दा बड़ा उत्साह वेखिआ। मंग करदे है सानू चमकौर साहिब का इतिहास सुणाओ। मैं पूछया सी कि की कथा सुननी पसंद करोगे। बच्चों की नौजवानों की इच्छा सी सानू जंग की कथा सुणाओ। थोड़ा जदों समा करवट लैण ते आउंदा है ना, उदों जियां दी चेष्टा भी बदल जाती है, सुभाव भी बदल जाते हैं। ये संकेत दे रही हैं चीज़ां कि नौजवान हुण सिੱਖੀ ਵੱਲ मुड़ना चाहते हैं। ਉਹੋ ਜਿਹਾ ਉਹਨਾਂ ਨੂੰ ਅੱਗੇ योग सिक्ख्या नहीं मिल पा रही। अंदर बहुत इच्छा है कि गुरु साहिब का इतिहास सानू पता लगे, साडे खालसे का गौरवमयी इतिहास असी सुनीए, गुरबाणी का बोध सानू प्राप्त होवे। उहदे लई जो योग गुरमुख प्रबंधक ने उन्होंने जरूर उपराला करना चाहिए। जदों आपां मन विच सोच के गुरुद्वारा साहिब नूं जांदे हाँ, सच्चे पातशाह जी महाराज साडी बिरती नूं उसे समय ही अपना स्पर्श दिंदे है जदों असी सोच ही लिया। क्योंकि भाई साहब भाई गुरदास साहब जी ने कहा कि गुरु साहब के कोल शरदा नाल जे तू चल करके जाना है तो महाराज बहुत प्यार नाल तेनू अगों आंडी आ करके प्यार नाल तेरे नाल इहो जिहा महाराज जी प्यार करते हैं, इहो जिहा अपना दीदार दिंदे है कि तेरे सारे दुख नाश हो जाएंगे। सतगुरु जी दे पवित्र दर्शन करने लई जदों असीं तुरदे हाँ, अपनी भावना सहित महाराज जी नूं भेटा अर्पण करते हैं कि है कि भावनी भगत पाए कौडी अगर भाग राखै, ताहे गुर सर्ब निधान दान देत है। सतगुरु जी दे अगे भावना नाल शरधा नाल भेंट करते हैं कोई भी पदार्थ माया। महाराज सच्चे पातशाह जी नूं साडी उस माया की जां पदार्थ की लोड़ नहीं, महाराज नूं साडी भावना की लोड़ है। सतगुरु जी साडी भावना वेख के फिर साडे ते बख्शिश करते हैं, फिर सारियां ही बख्शिशां दे दिंदे हैं। जिथे प्रतख आपां पैरां नाल तुर के जाना हुंदा है, उत्थे साडा एक अंदर का भी सफ़र है। जिस सबर की बाबत किया है कि भै के चरण कर भाव के लोयण सुरत करे, नानक कह सियाणीए इव कंत मिलावा होए। हथ जिहड़े है वो भावना दे शरधा दे बनाने, ते जिहड़े पैर है जिहड़े वाहिगुरू दे घर वल चलदे है वो है भै दे डर दे। भै के चरण कर भाव के, कर कहंदे हत्थां नूं,
ਹੱਥ ਜਿਹੜੇ ਤੂੰ ਸ਼ਰਧਾ ਦੇ ਬਣਾ, ਤੇ ਜਿਹੜੇ ਤੇਰੇ ਪੈਰ ਨੇ, ਚਰਨ ਨੇ, ਉਹ ਡਰਦੇ ਚਰਨ ਬਣਾ। ਵਾਹਿਗੁਰੂ ਤੋਂ ਡਰ ਪੈ ਕਰ ਉਸ ਪਰਮੇਸ਼ਰ ਤੋਂ। ਤੇ ਜਦੋਂ ਤੂੰ ਸੁਰਤ ਦੇ ਨਾਲ ਇਸ ਪੈਂਡੇ ਤੇ ਤੁਰੇਂਗਾ, ਤੈਨੂੰ ਗੁਰੂ ਸਾਹਿਬ ਜੀ ਜੇ ਕਰਕੇ ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ। ਮਹਾਰਾਜ ਦੀ ਚਰਨਾਂ ਦੀ ਸ਼ਰਨ ਵਿੱਚ ਅਸੀਂ ਸੁਰਤ ਨਾਲ ਚੱਲਣਾ। ਪ੍ਰਤੱਖ ਵੀ ਕਦਮਾਂ ਨਾਲ ਚੱਲ ਕਰਕੇ ਗੁਰੂ ਜੀ ਦੇ ਦੁਆਰੇ ਤੇ ਆਉਣਾ, ਤੇ ਇਹ ਸੁਰਤ ਦਾ ਮਾਰਗ ਹੈ। ਜਦੋਂ ਆਪਾਂ ਸੁਰਤ ਦੇ ਮਾਰਗ ਤੇ ਤੁਰਦੇ ਹਾਂ ਤੇ ਸਾਧ ਸੰਗਤ ਜੀ, ਇਸ ਦੇ ਵਿੱਚ ਵੀ ਅਭਿਆਸੀ ਨੂੰ, ਚੱਲਣ ਵਾਲੇ ਨੂੰ ਬੜੇ ਪ੍ਰਕਾਰ ਦੀਆਂ ਬਾਧਾਂ ਪੈਂਦੀਆਂ ਨੇ। ਪਰ ਜਿਹੜਾ ਸਤਿਗੁਰੂ ਜੀ ਦੇ ਉੱਪਰ ਭਾਵਨਾ ਰੱਖਦਾ ਹੈ, ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਉਹਦੇ ਪੁੱਟੇ ਹੋਏ ਇੱਕ ਇੱਕ ਕਦਮ ਨੂੰ ਭਾਗ ਐਸਾ ਲਾਉਂਦੇ ਹੈ ਕਿ ਹਜ਼ੂਰ ਆਪ ਹੀ ਫਿਰ ਉਹਦੀ ਭਾਵਨਾ ਨਾਲ ਹੀ ਉਹਦੇ ਅੰਦਰ ਸਾਖਿਆਤ ਹੋ ਜਾਂਦੇ। ਸੱਚੇ ਪਾਤਸ਼ਾਹ ਜੀ ਮਹਾਰਾਜ ਉਹਦੇ ਕੋਲੋਂ ਕੁਝ ਵੀ ਲੁਕਾ ਕੇ ਨਹੀਂ ਰੱਖਦੇ। ਐਸੀ ਮਹਾਰਾਜ ਬਖਸ਼ਿਸ਼ ਕਰ ਦਿੰਦੇ ਹੈ। ਐਸੇ ਗੁਰਸਿੱਖ ਜਿਨ੍ਹਾਂ ਨੇ ਗੁਰੂ ਸਾਹਿਬ ਦੀ ਸਿੱਖੀ ਨੂੰ ਪਿਆਰ ਨਾਲ, ਸ਼ਰਧਾ ਨਾਲ ਕਮਾਇਆ, ਬਾਹਰੋਂ ਸੰਸਾਰ ਦੇ ਦਿਖਾਵੇ ਵਾਸਤੇ ਭਾਵੇਂ ਉਹਨਾਂ ਦਾ ਜੀਵਨ ਬੜਾ ਹੀ ਸਾਦਾ ਹੈ, ਪਰ ਅੰਦਰ ਉਹਨਾਂ ਕੋਲ ਉਹ ਰਿੱਧੀਆਂ ਸਿੱਧੀਆਂ ਸਭ ਸ਼ਕਤੀਆਂ ਸੰਪੂਰਨ ਨੇ, ਪਰ ਫਿਰ ਵੀ ਨਾਮ ਵਿੱਚ ਜੁੜੇ ਰਹਿੰਦੇ ਹੈ। ਉਹਨਾਂ ਦਾ ਤਿਆਗ ਕਰਕੇ ਐਸੇ ਜੀਵਨ ਦੀਆਂ ਬੇਅੰਤ ਝਲਕੀਆਂ ਗੁਰਸਿੱਖਾਂ ਦੇ ਜੀਵਨ ਦੀਆਂ ਸਾਡੇ ਇਤਿਹਾਸ ਵਿੱਚੋਂ ਮਿਲਦੀਆਂ। ਮੈਂ ਭਾਈ ਗੜੀਆ ਜੀ ਦਾ ਜ਼ਿਕਰ ਕਰਾਂਗਾ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਸਿੱਖ ਹੋਏ ਆ ਭਾਈ ਗੜੀਆ ਜੀ। ਮਹਾਰਾਜ ਜੀ ਨੇ ਆਪ ਜੀ ਨੂੰ ਇੱਕ ਵਾਰ ਕਸ਼ਮੀਰ ਨੂੰ ਭੇਜਿਆ ਤੇ ਹਜ਼ੂਰ ਨੇ ਆਖਿਆ, ਭਾਈ ਗੜੀਆ ਜਾਓ, ਗੁਰੂ ਨਾਨਕ ਸਾਹਿਬ ਦਾ ਪੁਰਬ ਆ ਰਿਹਾ ਹੈ, ਕਸ਼ਮੀਰ ਦੀਆਂ ਸੰਗਤਾਂ ਵਿੱਚ ਜਾ ਕੇ ਤੁਸੀਂ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਗੁਰਪੁਰਬ ਮਨਾਓ, ਤੇ ਜਿਹੜਾ ਕੋਈ ਸੰਗਤ ਭੇਟਾ ਦੇਗੀ ਉਹ ਤੁਸੀਂ ਗੁਰੂ ਘਰ ਲਿਆ ਕਰਕੇ ਭੇਟ ਕਰਨਾ। ਭਾਈ ਗੜੀਆ ਜੀ ਜਦੋਂ ਅੰਮ੍ਰਿਤਸਰ ਸਾਹਿਬ ਤੋਂ ਤੁਰੇ ਹੈ, ਰਸਤੇ ਵਿੱਚ ਇੱਕ ਫਕੀਰ ਜਿਹੜਾ ਸੀ, ਉਹਦਾ ਨਾਂ ਆਉਂਦਾ ਮੀਆਂ ਦੌਲਾ। ਉਹ ਬੜਾ ਕਰਾਮਾਤੀ ਫਕੀਰ ਸੀ ਤੇ ਗਰੀਬਾਂ ਦੀ ਬੜੀ ਮਦਦ ਕਰਦਾ ਹੁੰਦਾ ਸੀ। ਲੋੜਵੰਦਾਂ ਨੂੰ ਕਿਰਤ ਦੇ ਕਰਕੇ ਤੇ ਬੜੀ ਉਹਨਾਂ ਨੂੰ ਮਾਇਆ ਤੇ ਭੋਜਨ ਨਾਲ ਉਹਨਾਂ ਦੀ ਮਦਦ ਕਰਨੀ। ਭਾਈ ਗੜੀਆ ਜੀ ਉੱਥੇ ਆ ਗਏ, ਰਾਤ ਰੁਕੇ। ਮੀਆਂ ਦੌਲੇ ਨੇ ਗੁਰੂ ਜੀ ਦਾ ਸਿੱਖ ਜਾਣ ਕੇ ਬੜੀ ਸੇਵਾ ਕੀਤੀ। ਰਾਤ ਰੁਕ ਕੇ ਭਾਈ ਗੜੀਆ ਜੀ ਜਦੋਂ ਤੁਰਨ ਲੱਗੇ, ਭਾਈ ਸਾਹਿਬ ਸੁਖਮਨੀ ਸਾਹਿਬ ਦਾ ਪਾਠ ਕਰਦੇ ਸੀਗੇ ਤੇ ਮੀਆਂ ਦੌਲਾ ਬਾਣੀ ਦਾ ਸਤਿਕਾਰ ਕਰਦਾ ਥੋੜਾ ਜਿਹਾ ਭਾਈ ਸਾਹਿਬ ਤੋਂ ਪਿੱਛੇ ਤੁਰ ਰਿਹਾ ਸੀ। ਅੱਗੋਂ ਆਂਢੀ ਸਤਿਕਾਰ ਨਾਲ ਜਿਵੇਂ ਛੱਡਣ ਜਾਈਦਾ, ਇਵੇਂ ਛੱਡਣ ਆ ਰਿਹਾ ਸੀ। ਮਨ 'ਚ ਉਹਦੇ ਫੁਰਨਾ ਆ ਗਿਆ, ਸੰਕਲਪ ਆ ਗਿਆ। ਭਾਈ ਗੜੀਆ ਜੀ ਜਦੋਂ ਤੁਰ ਰਹੇ ਸੀ ਤਾਂ ਉਹਨਾਂ ਦੀ ਜੁੱਤੀ ਟੁੱਟੀ ਸੀ ਤੇ ਟੁੱਟੀ ਜੁੱਤੀ ਨਾਲ ਮਿੱਟੀ ਉੱਡ ਉੱਡ ਕੇ ਭਾਈ ਸਾਹਿਬ ਦੀਆਂ ਪਿੰਡਲੀਆਂ ਤੇ ਪੈ ਰਹੀ ਸੀ। ਮੀਆਂ ਦੌਲੇ ਦੇ ਮਨ ਵਿੱਚ ਸੰਕਲਪ ਆਇਆ ਕਿ ਗੁਰੂ ਕਾ ਸਿੱਖ ਬੜਾ ਗਰੀਬ ਹੈ, ਇਹਨੇ ਖੱਦਰ ਦਾ ਹੀ ਚੋਲਾ ਪਹਿਨਿਆ ਹੋਇਆ ਹੈ ਤੇ ਟੁੱਟੀ ਜੁੱਤੀ ਪਾਈ ਹੈ, ਤੇ ਮੈਂ ਹੋਵੇ ਨਾ ਤੇ ਇਹਨੂੰ ਜੁੱਤੀ ਲੈ ਲਿਆ। ਜਦੋਂ ਮੀਆਂ ਦੌਲੇ ਨੇ ਸੰਕਲਪ ਕੀਤਾ, ਭਾਵੇਂ ਤਾਂ ਨਾ ਹੀ ਦੱਸਦੇ, ਪਰ ਮੀਆਂ ਦੌਲੇ ਨੇ ਸਮਝਿਆ ਕਿ ਗੁਰੂ ਹਰਗੋਬਿੰਦ ਸਾਹਿਬ ਦਾ ਸਿੱਖ ਹੈ ਤੇ ਗਰੀਬ ਹੈ, ਇਹਦੇ ਕੋਲ ਧਨ ਪਦਾਰਥ ਨਹੀਂ। ਤੇ ਭਾਈ ਗੜੀਆ ਜੀ ਕਹਿੰਦੇ, ਮੀਆਂ ਦੌਲਾ, ਉਹਦੇ ਮਨ ਦਾ ਸੰਕਲਪ ਬੁੱਝ ਗਏ। ਇਹ ਸ਼ਕਤੀ ਹੁੰਦੀ ਹੈ ਨਾਮ ਜਪਣ ਵਾਲਿਆਂ ਕੋ ਆ ਜਾਂਦੀ। ਕਹਿੰਦੇ, ਮੀਆਂ ਦੌਲਾ, ਤੂੰ ਕੀ ਆਪਣੇ ਮਨ ਵਿੱਚ ਸੰਕਲਪ ਕਰਦਾ? ਜੁੱਤੀ ਟੁੱਟ ਗਈ ਹੈ, ਮੈਂ ਅੰਮ੍ਰਿਤਸਰ ਸਾਹਿਬ ਤੋਂ ਤੁਰ ਕੇ ਆਇਆ ਤੇ ਟੁੱਟ ਗਈ ਤਾਂ ਕੀ ਹੋ ਗਿਆ?
ਤੂੰ ਮਨ ਦੇ ਵਿੱਚ ਕੀ ਸੰਕਲਪ ਉਠਾ ਰਿਹਾ ਹੈ? ਮੈਨੂੰ ਜੁੱਤੀ ਨਵੀਂ ਲੈ ਕੇ ਦੇਣ ਵਾਸਤੇ ਸੰਕਲਪ ਕਰਦਾ ਪਿਆ। ਭਾਈ ਗੜੀਆ ਜੀ ਨੇ ਆਪਣੀ ਦਿਵ ਸ਼ਕਤੀ ਦੇ ਨਾਲ ਜਿੰਨੀ ਧਰਤੀ ਸੀ ਸਭ ਸੋਨੇ ਦੀ ਬਣਾ ਕੇ ਮੀਆਂ ਦੌਲੇ ਨੂੰ ਵਿਖਾਤੀ। ਠੀਕਰੀਆਂ ਹੀਰੇ ਜਵਾਹਰਾਤ ਵਾਂਗੂ ਚਮਕਦੇ ਹੋਏ ਦਿਖਾਈ ਪਏ। ਕਹਿੰਦੇ ਵੇਖ ਮੀਆਂ ਦੌਲਾ, ਧਰਤੀ ਤੇ ਨਿਗਾਹ ਮਾਰ। ਮੀਆਂ ਦੌਲਾ ਕਹਿੰਦਾ ਹੈ, ਗੁਰੂ ਕਿਆ ਸਿੱਖਾ ਇੰਨੀ ਸ਼ਕਤੀ ਹੈ ਤੇਰੇ ਕੋਲ? ਚਰਨਾਂ ਤੇ ਢਹਿ ਪਿਆ। ਕਹਿੰਦਾ ਫਿਰ ਇੱਦਾਂ ਬਾਹਰੋਂ ਤੂੰ ਇੰਨਾ ਜਿਹੜਾ ਗਰੀਬੀ ਵਾਲਾ ਲਿਬਾਸ ਪਹਿਨਿਆ ਹੋਇਆ ਹੈ। ਭਾਈ ਗੜੀਆ ਜੀ ਕਹਿੰਦੇ ਗੁਰੂ ਨਾਨਕ ਸਾਹਿਬ ਦੇ ਘਰ ਦਾ ਸਿਧਾਂਤ ਹੈ ਮੀਆਂ ਦੌਲਾ। ਮਹਾਰਾਜ ਸੱਚੇ ਪਾਤਸ਼ਾਹ ਜੀ ਸਿੱਖਿਆ ਦਿੰਦੇ ਹੈ, ਜਿਨ ਪਟ ਅੰਦਰ ਬਾਹਰ ਗੁੱਦੜ ਤੇ ਭਲੇ ਸੰਸਾਰ। ਜਿਨ੍ਹਾਂ ਦੇ ਅੰਦਰ ਵਾਹਿਗੁਰੂ ਦੇ ਨਾਮ ਦਾ ਰੇਸ਼ਮੀ ਵਸਤਰ ਵੈ ਨਾ, ਉਹਨਾਂ ਨੂੰ ਬਾਹਰੋਂ ਕੋਈ ਵਿਖਾਵੇ ਕਰਨ ਦੀ ਲੋੜ ਨਹੀਂ। ਫਿਰ ਉਹ ਵੈਸੇ ਹੀ ਇੰਨੇ ਸੁੰਦਰ ਲੱਗਦੇ ਆ ਕਿ ਨਿਰੰਕਾਰ ਨੇ ਸਾਰਾ ਸੁਹੱਪਣ ਹੀ ਉਹਨਾਂ ਦੇ ਉੱਪਰ ਪ੍ਰਗਟ ਕਰ ਦਿੱਤਾ ਹੁੰਦਾ। ਮਹਾਰਾਜ ਜੀ ਨੇ ਕਿਹਾ ਨਾ ਕਿ ਸੇਈ ਸੁੰਦਰ ਸੋਹਣੇ ਸਾਧ ਸੰਗ ਜਿਨ ਬਹਿਣੇ। ਜਦੋਂ ਅੰਦਰਲਾ ਸਰੂਪ ਸੁੰਦਰ ਵੈ ਤੇ ਬਾਹਰੋਂ ਸਵਾਰਨ ਦੀ ਉਹਨੂੰ ਲੋੜ ਨਹੀਂ, ਉਹ ਕੁਦਰਤੀ ਉਹਨੂੰ ਸੁਹੱਪਣ ਦੇ ਦਿੰਦੀ ਹੈ। ਭਾਈ ਗੜੀਆ ਜੀ ਕਹਿੰਦੇ ਹੈ, ਗੁਰੂ ਸਾਹਿਬ ਜੀ ਦੇ ਕਾਰਜ ਵਾਸਤੇ ਚੱਲਿਆ, ਜੁੱਤੀ ਟੁੱਟ ਗਈ ਹੈ ਤੇ ਇਹਦੇ ਵਿੱਚ ਕੀ ਸੰਕਲਪ ਉਠਾਉਣਾ ਹੈ? ਮਹਾਰਾਜ ਜੀ ਨੇ ਤਾਂ ਇੰਨੀ ਸ਼ਕਤੀ ਦਿੱਤੀ ਹੈ, ਮੈਂ ਜੋ ਚਾਹਾਂ ਉਹ ਹੋ ਸਕਦਾ ਹੈ। ਕਹਿੰਦਾ ਇੰਨੀ ਸ਼ਕਤੀ, ਫਿਰ ਇੰਨੀ ਨਿਮਰਤਾ। ਗੁਰੂ ਘਰ ਦਾ ਇਹ ਅਸੂਲ ਹੈ ਕਿ ਉਸ ਸ਼ਕਤੀ ਨੂੰ ਪਾ ਕਰਕੇ ਅੰਦਰ ਜਰ ਲੈਣਾ, ਬਰਦਾਸ਼ਤ ਕਰ ਲੈਣਾ, ਦਿਖਾਉਣਾ ਨਹੀਂ। ਜਿਹੜਾ ਕਿਸੇ ਨੂੰ ਦਿਖਾਉਣ ਲੱਗ ਜਾਂਦਾ ਹੈ ਉਹਦੇ ਕੋਲ ਉਹ ਸ਼ਕਤੀ ਆਉਂਦੀ ਨਹੀਂ। ਰੱਬ ਦੇ ਪਿਆਰੇ ਜਿਹੜੇ ਨਾਮ ਵਿੱਚ ਪ੍ਰੀਤ ਕਰਦੇ ਹੈ, ਸਭ ਧਰਤੀ ਕੰਚਨ ਕਰਦੀ, ਜੈ ਬਿਨ ਨਾਵੈ ਅਵਰ ਨਾ ਪਾਇਆ ਰਾਮ। ਸਾਰੀ ਧਰਤੀ ਸੋਨੇ ਦੀ ਬਣਾ ਕੇ ਦੇ ਦਿਓ ਤਾਂ ਵੀ ਉਹਨਾਂ ਨੂੰ ਨਾਮ ਤੋਂ ਬਿਨਾਂ ਕੁਝ ਵੀ ਚੰਗਾ ਨਹੀਂ ਲੱਗਦਾ। ਇੰਨਾ ਸਤਿਗੁਰਾਂ ਜੀ ਦੇ ਨਾਲ ਪਿਆਰ ਕਰਦੇ ਹੈ। ਗੁਰੂ ਕੀ ਸਿੱਖੀ ਦਾ ਮਾਰਗ ਹੈ। ਭਾਈ ਗੁਰਦਾਸ ਸਾਹਿਬ ਜੀ ਨੇ ਕਿਹਾ, ਹਉ ਤਿਸ ਘੋਲ ਘੁਮਾਇਆ, ਗੁਰਮੁਖ ਹਿਰਦੈ ਗਰੀਬੀ ਆਵੈ। ਗਰੀਬੀ ਤੋਂ ਭਾਵ ਹੈ ਨਿਮਰਤਾ। ਜਿਸ ਸਿੱਖ ਦੇ ਅੰਦਰ ਨਿਮਰਤਾ ਦਾ ਵਾਸ ਹੋ ਜਾਂਦਾ ਹੈ, ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਮੈਂ ਉਸ ਤੋਂ ਕੁਰਬਾਨ ਜਾਣਾ, ਬਲਹਾਰ ਜਾਣਾ। ਬਹੁਤ ਭਾਈ ਸਾਹਿਬ ਨੇ ਇਹ ਗੁਣ ਦੱਸੇ ਹੈ। ਹਉ ਤਿਸ ਘੋਲ ਘੁਮਾਇਆ, ਪਰ ਦਰਬੈ ਨੂੰ ਹੱਥ ਨਾ ਲਾਵੈ। ਫਿਰ ਪਰ ਨਿੰਦਾ ਸੁਣ ਆਪ ਹਟਾਵੈ। ਇਹ ਗੁਰਸਿੱਖ ਦੇ ਗੁਣ ਨੇ। ਤੇ ਬਾਰ-ਬਾਰ ਭਾਈ ਸਾਹਿਬ ਨੇ ਕਿਹਾ, ਹਉ ਤਿਸ ਘੋਲ ਘੁਮਾਇਆ, ਹਉ ਤਿਸ ਘੋਲ ਘੁਮਾਇਆ। ਅਸੀਂ ਉਹਦੇ ਤੋਂ ਆਪਣਾ ਆਪ ਵਾਰਦੇ ਹਾਂ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸਿੱਖੀ ਪਿਆਰ ਤੇ ਸ਼ਰਧਾ ਨਾਲ ਜਦੋਂ ਕਮਾਈਏ, ਫਿਰ ਇਸ ਲੋਕ ਵਿੱਚ ਸੁੱਖ ਤੇ ਪਰਲੋਕ ਵਿੱਚ ਆਨੰਦ, ਦੋਵੇਂ ਹੀ ਲੋਕ ਜਿਹੜੇ ਉਹ ਸਫਲੇ ਹੋ ਜਾਂਦੇ ਆ। ਸਤਿਗੁਰੂ ਜੀ ਦੇ ਪਵਿੱਤਰ ਦਰਬਾਰ ਅੰਦਰ ਜਦੋਂ ਸੰਗਤ ਹੁੰਦੀ ਹੈ, ਸੰਗਤ ਵਿੱਚ ਆ ਕਰਕੇ ਜਦੋਂ ਆਪਾਂ ਜੁੜ ਬੈਠਦੇ ਹਾਂ, ਮਹਾਰਾਜ ਜੀ ਦਾ ਸ਼ਬਦ ਜਿੱਥੇ ਸਾਨੂੰ ਗਿਆਨ ਦਿੰਦਾ ਹੈ, ਉੱਥੇ ਪਰਮ ਪਰਮੇਸ਼ਰ ਵਿੱਚ ਲੀਨ ਹੋਣ ਵਾਸਤੇ ਇੱਕ ਰਸਤਾ ਦਿਖਾਉਂਦਾ। ਉਸ ਰਸਤੇ ਤੇ ਚੱਲਦਿਆਂ ਹੋਇਆਂ, ਸ਼ਬਦ ਦੇ ਮਾਰਗ ਤੇ ਚੱਲਦਿਆਂ ਹੋਇਆਂ ਜੀਵ ਉਹ ਸੁੱਖ ਪਾ ਲੈਂਦਾ ਹੈ ਜਿਸ ਸੁੱਖ ਨੂੰ ਸਾਧ ਸੰਗਤ ਜੀ ਰਿਸ਼ੀ ਮੁਨੀ ਵੀ ਪ੍ਰਾਪਤ ਕਰ ਨਹੀਂ ਸਕਦੇ। ਬੜਾ ਦੁਸਤਰਵ ਹੈ। ਉਹ ਸੁੱਖ ਲੱਭ ਜਾਂਦਾ ਹੈ ਗੁਰੂ ਨਾਨਕ ਸਾਹਿਬ ਜੀ ਦੀ ਸੰਗਤ ਕਰਦਿਆਂ ਹੋਇਆਂ। ਮਹਾਰਾਜ ਜੀ ਨੇ ਜੋ ਸ਼੍ਰੀ ਮੁਖਵਾਕ ਬਖਸ਼ਿਆ ਹੈ, ਜਿੰਨਾ ਸਮਾਂ ਹੈ ਸਤਿਗੁਰੂ ਜੀ ਦੇ ਆਪਾਂ ਸ਼੍ਰੀ ਮੁਖਵਾਕ ਦੇ ਅਰਥ ਪਿਆਰ ਸ਼ਰਧਾ ਨਾਲ ਸਰਵਣ ਕਰੀਏ। ਅੱਜ ਦਾ ਇਸ ਫੇਰੀ ਦਾ ਆਖਰੀ ਦੀਵਾਨ ਹੈ। ਪੂਰਾ ਹਫ਼ਤਾ ਆਪ ਸੰਗਤਾਂ ਦੇ ਦਰਸ਼ਨ ਮਹਾਰਾਜ ਜੀ ਨੇ ਕਰਾਏ। ਇਹ ਐਤਵਾਰ ਹੋਣ ਕਰਕੇ ਰਜੇਵੇਂ ਹੁੰਦੇ ਆ ਸਭ ਨੂੰ ਕੰਮਾਂ ਕਾਰਾਂ ਦੇ। ਇਹਨਾਂ ਦੇਸ਼ਾਂ ਵਿੱਚ ਆਪਾਂ ਕੋਲ ਇਹ ਦਿਨ ਹੁੰਦਾ ਸੰਗਤ ਕਰਨ ਲਈ, ਤੇ ਫਿਰ ਵੇਖੋ ਉਹ ਸਮਾਂ ਵੀ ਬਹੁਤ ਸੀਮਤ ਹੁੰਦਾ ਹੈ।
ਕੁਝ ਸਮਾਂ ਕੀਰਤਨ, ਕੁਝ ਸਮਾਂ ਕਥਾ, ਸਰੀਰ ਦੀ ਕਿਰਿਆ ਸੋਧ ਕੇ ਲੋੜ ਮੁਤਾਬਕ ਜਲ ਪਾਣੀ ਛਕ ਕੇ ਇਹ 2 ਘੰਟੇ ਕਿਉਂ ਲਾਉਣੇ ਚਾਹੀਦੇ ਆ? ਜਦੋਂ ਸਾਨੂੰ ਸੰਸਾਰ ਭੁੱਲ ਜਾਵੇ, 2 ਘੰਟੇ ਸੰਸਾਰ ਭੁੱਲ ਜਾਵੇ, ਵਿਸਰ ਜਾਵੇ ਸਭ ਕੁਛ, ਪਰ ਇੱਕੋ ਇੱਕ ਵਾਹਿਗੁਰੂ ਦਾ ਨਾਮ ਜਿਹਦੇ ਵਿੱਚ ਜੁੜਨ ਦਾ ਯਤਨ ਕਰੀਏ। ਜੇ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਨੂੰ ਸੰਗਤ ਵਿੱਚ ਇਹ ਪ੍ਰਸ਼ਾਦ ਦੇ ਰਹੇ ਆ ਨਾ, ਤੇ ਫਿਰ ਆਪਾਂ ਜ਼ਰੂਰ ਸੋਚੀਏ ਕਿ ਸਾਨੂੰ ਇਹ ਪ੍ਰਸ਼ਾਦ ਕਿਉਂ ਨਹੀਂ ਮਿਲ ਰਿਹਾ। ਕਿਉਂਕਿ ਜੇ ਆਪਾਂ ਗੱਲਾਂ ਬਾਤਾਂ ਕਰਕੇ ਲੰਗਰ ਛਕ ਕੇ ਘਰ ਨੂੰ ਮੁੜ ਜਾਈਏ, ਹੋਰ ਆਪਣੇ ਜਿਹੜੀਆਂ ਕੋਈ ਗਤੀਵਿਧੀਆਂ ਹੁੰਦੀਆਂ ਉਹ ਕਰਕੇ ਚਲੇ ਜਾਈਏ, ਤੇ ਕਹਿਣ ਨੂੰ ਆਪਾਂ ਫਿਰ ਕਹਿੰਦੇ ਆਪਾਂ ਗੁਰਦੁਆਰੇ ਸਾਹਿਬ ਤੋਂ ਆਏ ਹਾਂ, ਪਰ ਗੁਰਦੁਆਰੇ ਸਾਹਿਬ ਤੋਂ ਮਹਾਰਾਜ ਜੀ ਦੇ ਸ਼ਬਦ ਦਾ ਪ੍ਰਸਾਦ ਨਹੀਂ ਲਿਆ। ਜਿਵੇਂ ਕੜਾਹ ਪ੍ਰਸ਼ਾਦ ਮਿਲਦਾ ਨਾ, ਜਿਵੇਂ ਸੱਚੇ ਪਾਤਸ਼ਾਹ ਜੀ ਦੇ ਸ਼ਬਦ ਦਾ ਪ੍ਰਸਾਦ ਮਿਲਦਾ, ਕੀਰਤਨ ਦਾ, ਕਥਾ ਦਾ ਪ੍ਰਸਾਦ ਮਿਲਦਾ ਹੈ। ਗਰੀਬ ਨਿਵਾਸ ਸੱਚੇ ਪਾਤਸ਼ਾਹ ਜੋ ਸਾਡੇ ਤਾਈਂ ਬਖਸ਼ਿਸ਼ ਕਰਦੇ ਹੈ, ਆਓ ਚਿੱਤ ਦੀ ਬਿਰਤੀ ਇਕਾਗਰ ਕਰਕੇ ਪਿਆਰ ਨਾਲ ਸਰਵਣ ਕਰੀਏ। ਮਹਾਰਾਜ ਜੀ ਦੇ ਪਾਵਨ ਚਰਨਾਂ ਦਾ ਧਿਆਨ ਕਰਦੇ ਹੋਏ ਆਖੋ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾਂ। ਰਾਗ ਸੋਰਠ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਹਜ਼ੂਰ ਆਪਣੇ ਸ਼੍ਰੀ ਕੰਠ ਤੋਂ ਪਵਿੱਤਰ ਉਪਦੇਸ਼ ਬਖਸ਼ਿਸ਼ ਕਰਦੇ ਹੈ। ਸਾਧ ਸੰਗਤ ਜੀ, ਹਜ਼ੂਰ ਦਾ ਦਰਸ਼ਨ ਜਦੋਂ ਭੱਟਾਂ ਨੇ ਕੀਤਾ ਸੀ, ਮਹਾਰਾਜ ਜੀ ਦਾ ਦਰਸ਼ਨ ਵੇਖ ਕੇ ਹੀ ਉਹਨਾਂ ਨੂੰ ਪਿਛਲੇ ਜਨਮ ਦੀ ਸੋਝੀ ਹੋ ਗਈ ਸੀ। ਮਹਾਰਾਜ ਦੇ ਦਰਸ਼ਨ ਵੇਖ ਕੇ ਤਬ ਦਾ ਹਿਰਦਾ ਠਰ ਗਿਆ ਸੀਗਾ, ਤੇ ਉਹਨਾਂ ਭੱਟਾਂ ਨੇ ਮਹਾਰਾਜ ਦੇ ਅੱਗੇ ਫਿਰੇ ਵਾਕ ਕਹੇ ਸੀ ਕਿ ਬਰਸ ਏਕ ਹਉ ਫਿਰਿਓ, ਕਿਨੇ ਹਨ ਪਰਚਾਉ ਲਾਇਓ, ਕਹਿਤਿਆ ਕਹਿਤੀ ਸੁਣੀ, ਰਹਿਤ ਕੋ ਖੁਸ਼ੀ ਨਾ ਆਇਓ। ਇਹ ਭੱਟ ਜਿਹੜੇ ਸੀ ਨਾ, ਇਹ ਬ੍ਰਾਹਮਣ ਸੰਗਿਆ ਵਿੱਚ ਇਹਨਾਂ ਦਾ ਕਾਂਸ਼ੀ ਵਿੱਚ ਜਨਮ ਹੋਇਆ ਸੀ। ਬੜੇ ਵਿਦਵਾਨ ਸੀਗੇ ਤੇ ਭੱਟ ਸੰਗਿਆ ਸੀਗੀ ਇਹਨਾਂ ਦੀ। ਇਹ ਗਿਆਨ ਦੀ ਖੋਜ ਵਿੱਚ ਬਹੁਤ ਥਾਵਾਂ ਤੇ ਵਿਚਰੇ ਸੀ ਕਿ ਪਰਮਾਰਥ ਦੇ ਰਾਹ ਤੇ ਚੱਲ ਕੇ ਮੋਕਸ਼ ਨੂੰ ਪ੍ਰਾਪਤ ਕਰੀਏ, ਗਿਆਨ ਨੂੰ ਪ੍ਰਾਪਤ ਕਰੀਏ। ਜਿਸ ਕੋਲ ਵੀ ਗਏ, ਜਿਹੋ ਜੀਆਂ ਗੱਲਾਂ ਕਰਦੇ ਸੀ ਉਹੋ ਜੀ ਰਹਿਣੀ ਆਪਣੀ ਹੈ ਨਹੀਂ ਸੀ। ਕਿਉਂਕਿ ਮਹਾਰਾਜ ਜੀ ਨੂੰ ਇਹ ਸ਼ਬਦ ਇਹਨਾਂ ਕਹੇ ਆ, ਬਰਸ ਏਕ ਹਉ ਫਿਰਿਓ। ਜਿਹੜਾ ਦੇਵਤਿਆਂ ਦਾ ਬਰਸ ਹੁੰਦਾ ਨਾ, ਉਹ ਸਾਧ ਸੰਗਤ ਜੀ ਸਾਡੇ 12 ਸਾਲ ਹੋਣ ਤੇ ਉਹਨਾਂ ਦਾ ਇੱਕ ਬਰਸ ਹੁੰਦਾ। ਭਾਵ ਕਹਿਣ ਤੋਂ ਕਿ 12 ਸਾਲ ਉਹ ਭਟਕੇ ਸੀਗੇ ਗਿਆਨ ਦੀ ਪ੍ਰਾਪਤੀ ਵਾਸਤੇ। ਕਿਨਹੁ ਨਾ ਪਰਚਾ ਲਾਇਓ। ਭਿੱਖਾ ਭੱਟ ਜੀ ਕਹਿੰਦੇ, ਮਹਾਰਾਜ ਕਿਸੇ ਸਾਨੂੰ ਗਿਆਨ ਦਾ ਪਰਚਾ ਹੀ ਨਹੀਂ ਪਾਇਆ। ਕਹਿਤਿਆ ਕਹਿਤੀ ਸੁਣੀ। ਕਹਿਣ ਵਾਲੇ ਗੱਲਾਂ ਵਾਲੇ ਤਾਂ ਬੜੇ ਹੀ ਸੁਣੇ, ਜਿਹੜੇ ਗੱਲਾਂ 'ਚ ਹੀ ਕਹਿੰਦੇ ਸੀ ਬ੍ਰਹਮ ਗਿਆਨ ਹੈ ਸਾਨੂੰ, ਤਾਂ ਸੁਰਤ ਦਸਮ ਦਵਾਰ ਚੜ੍ਹਦੀ ਹੈ, ਬੜੀ ਸਮਾਧੀ ਲੱਗਦੀ ਹੈ। ਪਰ ਮਹਾਰਾਜ ਜਦੋਂ ਰਹਿਣੀ ਵੇਖੀ ਉਹਨਾਂ ਦੀ, ਰਹਿਤ ਕੋ ਖੁਸ਼ੀ ਨਾ ਆਇਓ। ਉਹਨਾਂ ਦੀ ਰਹਿਣੀ ਵੇਖ ਕੇ ਸਾਡਾ ਮਨ ਨਹੀਂ ਪ੍ਰਸੰਨ ਹੋਇਆ। ਮਹਾਰਾਜ ਤੁਹਾਡੇ ਦਰਸ਼ਨ ਵੇਖ ਕੇ ਤਬ ਦਾ ਹਿਰਦਾ ਠਰ ਗਿਆ ਗਰੀਬ ਨਵਾਜ। ਫਿਰ ਸਤਿਗੁਰਾਂ ਜੀ ਨੂੰ ਇਹਨਾਂ ਨੇ ਕਿਹਾ, ਮਹਾਰਾਜ ਸਾਨੂੰ ਸ਼ਰਾਬ ਮੁਕਤ ਕਰੋ। ਮਹਾਰਾਜ ਜੀ ਨੇ ਆਖਿਆ, ਭੱਟ ਜਨੋ ਗੁਰੂ ਨਾਨਕ ਸਾਹਿਬ ਦਾ ਜਸ ਗਾਓ, ਤੁਸੀਂ ਸ਼ਰਾਬ ਮੁਕਤ ਹੋ ਜਾਓਗੇ। ਇਹਨਾਂ ਨੇ ਕਿਹਾ, ਮਹਾਰਾਜ ਸਾਨੂੰ ਜਸ ਨਹੀਂ ਕਰਨਾ ਆਉਂਦਾ। ਫਿਰ ਸਤਿਗੁਰਾਂ ਜੀ ਨੇ ਸਵਈਆਂ ਦੀ ਆਰੰਭਤਾ ਆਪ ਕੀਤੀ ਹੈ, ਜਿੱਥੇ ਆਉਂਦਾ ਸਵਈਏ ਸ੍ਰੀ ਮੁਖਬਾਗ ਕੇ ਮਹੱਲਾ ਪੰਜਵਾ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਸਵਈਆਂ ਵਿੱਚ ਗੁਰੂ ਨਾਨਕ ਸਾਹਿਬ ਜੀ ਨੂੰ ਪਾਰ ਬ੍ਰਹਮ ਰੂਪ ਕਰਕੇ ਕਥਨ ਕੀਤਾ ਹੈ। ਜਨ ਨਾਨਕ ਭਗਤ ਦਰ ਤੁਲ ਬ੍ਰਹਮ
ब्रह्म संसार एक जी क्या बखाना हाँ के बल 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 सद बलिहार। महाराज कहते ने गुरु नानक साहब के दर दे असी भगत हाँ, जन नानक भगत दर तुल ब्रह्म संसार। महाराज गुरु नानक साहब कौन ने? गुरु अर्जन साहब कहते आप ब्रह्म हैं, परमेश्वर हैं गुरु नानक साहब जी महाराज। फिर भट्टां ने कहा महाराज साडा मोह भी नाश करो। फिर सतगुरां जी ने मोह नाश करन लई माया दा छौड़ कट्टण लई अगले सवैयां दा सरलेख जिहड़ा सी धर के महाराज जी ने उचारण कीता। फिर इन्हां नूं जदों सोझी होई ते महाराज ने पुछया भी भट्ट जनों तुसीं गुरु नानक साहब नूं की करके जाणिया? ते भट्ट फिर गुरु नानक साहब दा जिन्हां नूं दर्शन हो रहा सी वो की कह रहे ने बाणी दे अंदर। गुरु नानक साहब दा दर्शन जिन्हां नूं प्राप्त होया वो की कह रहे ने बाणी दे विच गुरु नानक साहब दी बाबत। भट्टां दे वाक ने कहंदे ने जोत रूप हर आप गुरु नानक कहायो। ज्योति स्वरूप आप परमेश्वर ने गुरु नानक साहब कहाउणा कीता। फिर मथुरा भट्ट जी ने पूछया कि मथुरा भट्ट जी गुरु अर्जन साहब का दर्शन कैसा है? तो गुरु अर्जन साहब का दर्शन मथुरा भट्ट जी कहते हैं धन गगन नव खंड मह जोत सब रूपी रहो भर भन मथुरा कछ भेद नहीं गुर अर्जन पर तख हर। मथुरा भट्ट जी कहते कोई फर्क नहीं, प्रतख परमेश्वर का स्वरूप धन गुरु अर्जन देव सच्चे पातशाह जी महाराज। हजूर सतगुरु गरीब नवाज सिख प्रश्न करते तो महाराज जी सिखां दे प्रश्नों के उत्तर देंदे। जिस संबंध विच महाराज की बाणी के शब्द ने आपां जिहड़ी गल शरीर कर सकदा उसनूं मनदे आ, जिहड़ी गल शरीर को नहीं हुंदी बुद्धि को नहीं हुंदी असीं कहने हो नहीं सकती। ये कदाचित भी हो ही नहीं सकती, मन उसनूं मनण लई तैयार नहीं हुंदा। सत संगत जी पूरे गुरु जी की समर्थ है कि महाराज वो करते हैं जो साडे शरीर तो नहीं हुंदा, जो साडी बुद्धि नहीं कर सकती, जो साडा मन संकल्प भी नहीं कर सकता। पूरे गुरु जी सर्व कला समर्थ होंदे है। महाराज जी ने पूरे गुरु के लक्षण कहे है। जदों सिखां ने पूछया क्योंकि जो पिरथी चंद जी सन उन्हां दा पुत्र मेहरबान वो बाणी जिहड़ी सी अपनी रचन लग गया ते विच गुरु नानक साहब का नाम पा दिया करे। सिखां ने कहा कि महाराज ये पछाण किवें होवेगी, आप कृपा करके बाणी का संग्रह करो। फिर सच्चे पातशाह जी ने कहा कि सिखो ये तो वड्डे सतगुरु जी कह चुके हैं कि बाणी तो कच्ची सतगुरु बाजों होर कच्ची बाणी कहते कच्चे सुनते कच्चे कच्ची आख वखाणी। गुरु अमरदास साहब ने वाक कहे है। सच्चे पातशाह जी महाराज ने गुरबाणी का संग्रह किया। सिखां ने बेनती की महाराज अधूरे गुरु बड़े है, सानू किवें पहचान होवे कि पूरा गेड़ा। महाराज सिखां नूं किवें पता लगेगा कि पूरा गुरु कौन है? जिवें 22 मंजियां ला लियां सी ना जदों गुरु तेग बहादुर साहब जी महाराज भूरा साहब विच सीगे, 22 मंजियां लग गईयां सी बाबा बकाला साहब दे अंदर, क्योंकि गुरु हरकृष्ण साहब जी ने बचन जो कह दिता सी बाबा बसह ग्राम बकाले। इन्हां 22 विचों कोई भी बाबा बकाला साहब रहिंदा ही नहीं सी। महाराज दे बचन होण करके आ गए कि चलो आपां ही गुरु बन के प्रगट हो जाइए। ये सारे बाद विच आए। गुरु तेग बहादुर साहब जी महाराज सतगुरु जी तो उत्थे लंबे अरसे तो गरीब नवाज रह रहे अपने माता जी दे समेत। नाले रिश्तेदारी विचों इन्हां सोढियां विचों होर कोई भी महाराज गुरु हरकृष्ण साहब का बाबा बाप दादा जी नहीं लगते। गुरु तेग बहादुर साहब जी बाबा जी लगते, दादा जी लगते।
ਬਾਬਾ ਗੁਰਦਿੱਤਾ ਜੀ ਦੇ ਭਰਾ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ, ਤੇ ਬਾਬਾ ਗੁਰਦਿੱਤਾ ਜੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਦੇ ਕੀ ਲੱਗਦੇ ਆ। ਤੋ ਸਾਧ ਸੰਗਤ ਜੀ, ਇਹ ਬੜਾ ਉਹਨਾਂ ਯਤਨ ਕੀਤਾ। ਗੁਰੂ ਸਾਹਿਬ ਨੂੰ ਸਿੱਖਾਂ ਨੇ ਪੁੱਛਿਆ ਕਿ ਮਹਾਰਾਜ ਪੂਰੇ ਗੁਰੂ ਦੀ ਕੋਈ ਨਿਸ਼ਾਨੀ ਦੱਸੋ, ਕੋਈ ਲਕਸ਼ਣ ਹੋਵੇ ਜਿਹੜਾ ਵੇਖ ਕੇ ਪਹਿਚਾਨ ਕਰ ਸਕੀਏ ਕਿ ਗੁਰੂ ਪੂਰਾ ਹੈ। ਕਿਉਂਕਿ ਤੁਸੀਂ ਵੇਖਦੇ ਹੋ ਕਿ ਪੰਜਾਬ ਦੀ ਧਰਤੀ ਤੇ ਇਹੋ ਜਿਹੀਆਂ ਗੱਲਾਂ ਹੁੰਦੀਆਂ ਹੀ ਆ, ਅੱਜ ਵੀ ਚੱਲ ਰਿਹਾ ਉਹਨਾਂ ਦਾ ਪਖੰਡ। ਹੁਣ ਜਿਹੜੇ ਉਹ ਪ੍ਰਤੱਖ ਚੰਦੋਏ ਤੇ ਚੌਰਾ ਨਹੀਂ ਕਰਾਉਂਦੇ ਕਿਉਂਕਿ ਉਹਨਾਂ ਨੂੰ ਪਤਾ ਰੌਲਾ ਪੈ ਜਾਂਦਾ, ਪਰ ਉਹ ਅਜੇ ਵੀ ਲੋਕਾਂ ਨੂੰ ਵਰਗਲਾ ਕੇ ਮਗਰ ਲਾਈ ਫਿਰਦੇ ਆ ਤੇ ਉਹਨਾਂ ਨੂੰ ਉਹ ਪੂਰੇ ਗੁਰੂ ਮੰਨਦੇ ਆ। ਸੱਚੇ ਪਾਤਸ਼ਾਹ ਜੀ ਮਹਾਰਾਜ ਨੂੰ ਪੁੱਛਿਆ ਜਦੋਂ ਸਿੱਖਾਂ ਨੇ, ਤੇ ਹਜ਼ੂਰ ਨੇ ਫਿਰ ਲਕਸ਼ਣ ਦੱਸੇ ਪੂਰੇ ਗੁਰੂ ਦੇ। ਮਹਾਰਾਜ ਕਹਿੰਦੇ, ਗੁਰਸਿੱਖੋ, ਪੂਰੇ ਗੁਰੂ ਦਾ ਇਹ ਲਕਸ਼ਣ ਹੋਵੇਗਾ, ਮਿਰਤਕ ਕੋ ਪਾਇਓ ਤਨ ਸਾਸਾ, ਵਿਛੜ ਤੇ ਆਨ ਬੁਲਾਇਆ। ਪੂਰੇ ਗੁਰੂ ਦੇ ਵਿੱਚ ਇਹ ਲਕਸ਼ਣ ਹੋਵੇਗਾ ਕਿ ਉਹ ਮੁਰਦੇ ਵਿੱਚ ਸਾਹ ਪਾਉਣ ਦੀ ਸ਼ਕਤੀ ਰੱਖਦੇ ਹੋਣਗੇ। ਹੁਣ ਸਾਡੇ ਵਾਸਤੇ ਤੇ ਅਸਚਰਜ ਹੈ, ਬੁੱਧੀ ਤੋਂ ਪਰੇ ਹੈ। ਮਰਿਆ ਕਿਵੇਂ ਜਿਉਂਦਾ ਹੋ ਸਕਦਾ, ਇਹਨੂੰ ਆਪਾਂ ਅਸਚਰਜ ਮੰਨਦੇ ਹਾਂ, ਪਰ ਸਾਡਾ ਇਤਿਹਾਸ ਭਰਿਆ ਪਿਆ। ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਜਿੱਥੇ ਗੁਰਦੁਆਰਾ ਨਾਨਕ ਪਿਓ ਹੈ ਨਾ ਦਿੱਲੀ ਵਿੱਚ, ਸਤਿਗੁਰੂ ਜੀ ਨੇ ਇੱਥੇ ਮਰਿਆ ਹੋਇਆ ਮਹਾਵਤ ਦਾ ਹਾਥੀ ਜਿੰਦਾ ਕੀਤਾ ਸੀ। ਜਦੋਂ ਮਹਾਰਾਜ ਅੰਮ੍ਰਿਤ ਵੇਲੇ ਇੱਥੇ ਕੀਰਤਨ ਕਰ ਰਹੇ ਸੀ ਤੇ ਹਜ਼ੂਰ ਦੇ ਕੰਨਾਂ ਵਿੱਚ ਆਵਾਜ਼ ਪਈ ਰੋਂਦਿਆਂ ਦੀ, ਉਹ ਮਹਾਵਤ ਰੋ ਰਿਹਾ ਸੀ। ਮਹਾਰਾਜ ਨੇ ਆਖਿਆ, ਭਾਈ ਮਰਦਾਨਿਆ, ਪਤਾ ਕਰ ਕਿਉਂ ਰੋਂਦਾ ਏ। ਦੱਸਿਆ, ਮਹਾਰਾਜ ਇਹ ਹਾਥੀ ਮਰਨ ਤੋਂ ਰੋ ਰਿਹਾ ਹੈ, ਇਹਦੀ ਉਪਜੀਵਕਾ ਹਾਥੀ ਦੁਆਰਾ ਹੀ ਸੀਗੀ। ਮਹਾਰਾਜ ਇਹ ਰੋ ਰਿਹਾ ਕਿ ਹੁਣ ਮੇਰਾ ਗੁਜ਼ਾਰਾ ਕਿਵੇਂ ਹੋਵੇਗਾ। ਹਜ਼ੂਰ ਨੇ ਦਇਆ ਕਰਕੇ ਭਾਈ ਮਰਦਾਨਾ ਜੀ ਨੂੰ ਆਖਿਆ ਕਿ ਜਲ ਛਿੜਕਦੇ ਤੇ ਸਤਨਾਮ ਵਾਹਿਗੁਰੂ ਆਖ। ਮਰਿਆ ਹੋਇਆ ਹਾਥੀ ਜਿਉਂਦਾ ਕਰ ਦਿੱਤਾ। ਅਫਸੋਸ ਹੈ ਕਿ ਇਹਨਾਂ ਸਾਖੀਆਂ ਨੂੰ ਵੀ ਕਹਿੰਦੇ ਆ ਕਿ ਇਹ ਤਾਂ ਝੂਠੀਆਂ ਬਣਾਈਆਂ ਹਨ। ਜਿੱਥੋਂ ਸਿੱਖਾਂ ਨੂੰ ਸਿੱਖੀ ਮਿਲੇ ਉਹਦੇ ਤੇ ਹੀ ਅਟੈਕ ਹੈ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਇਹ ਬਾਣੀ ਦੇ ਸ਼ਬਦ ਨੇ ਕਿ ਸਤਿਗੁਰੂ ਜੀ ਪੂਰੇ ਵਿੱਚ ਸ਼ਕਤੀ ਹੈ ਕਿ ਮੁਰਦੇ ਵਿੱਚ ਸਾਹ ਪਾ ਸਕਦੇ ਆ, ਮੁਰਦਾ ਜਿਉਂਦਾ ਕਰ ਸਕਦੇ ਆ। ਫਿਰ ਸਾਧ ਸੰਗਤ ਜੀ, ਤੀਸਰੇ ਸਰੂਪ ਦੇ ਅੰਦਰ ਮਹਾਰਾਜ ਜੀ ਨੇ ਬਿਰਧ ਮਾਤਾ ਦਾ 4 ਪੈਰ ਦਾ ਮਰਿਆ ਪੁੱਤਰ ਜਿਉਂਦਾ ਕੀਤਾ ਸੀ। ਸਤਿਗੁਰੂ ਜੀ ਅੰਮ੍ਰਿਤ ਵੇਲੇ ਧਿਆਨ ਵਿੱਚ ਸਥਿਤ ਸੀ। ਭਾਈ ਬੱਲੂ ਮਹਾਰਾਜ ਦੇ ਗੜਵਈ ਕੋਲ ਖਲੋਤੇ ਹੈ ਤੇ ਮਹਾਰਾਜ ਦੇ ਕੰਨਾਂ ਵਿੱਚ ਆਵਾਜ਼ ਪਈ ਹੈ। ਸਤਿਗੁਰੂ ਜੀ ਨੇ ਪੁੱਛਿਆ, ਭਾਈ ਬੱਲੂ ਕੌਣ ਰੋਂਦਾ ਹੈ। ਪਤਾ ਕਰਕੇ ਦੱਸਿਆ, ਮਹਾਰਾਜ ਇੱਕ ਬਿਰਧ ਮਾਤਾ ਇਹ ਪੁੱਤਰ ਚੜ੍ਹਾਈ ਕਰ ਗਿਆ, ਬਰਲਾਪ ਪਈ ਕਰਦੀ ਹੈ। ਮਹਾਰਾਜ ਕਹਿੰਦੇ ਤੇ ਦਰਬਾਰ ਸਜੇ, ਉਹਨੂੰ ਕਹੋ ਚੁੱਪ ਕਰ ਜਾਵੇ, ਲਿਆਵੇ ਉਦੋਂ ਦਰਬਾਰ ਦੇ ਅੰਦਰ, ਉਦੋਂ ਉਹਦਾ ਦੁੱਖ ਸੁਣਾਂਗੇ। ਜਦੋਂ ਸਤਿਗੁਰੂ ਜੀ ਦਾ ਦਰਬਾਰ ਲੱਗਿਆ, ਲੈ ਕੇ ਆਈ ਆਪਣੇ ਪੁੱਤਰ ਨੂੰ ਕਿਸੇ ਕੋਲੋਂ ਚੁਕਵਾ ਕੇ ਨਾਲ, ਇੰਨਾ ਵਰਲਾਪ ਕਰ ਰਹੀ ਹੈ। ਸਤਿਗੁਰੂ ਜੀ ਨੂੰ ਦਇਆ ਆ ਗਈ। ਮਹਾਰਾਜ ਤਖਤ ਤੋਂ ਉੱਠੇ, 4 ਪੈਰ ਦੇ ਮੁਰਦੇ ਦੇ ਮੂੰਹ ਵਿੱਚ ਮਹਾਰਾਜ ਜੀ ਨੇ ਅੰਗੂਠਾ ਲਾ ਕੇ ਆਪਣੇ ਸੱਜੇ ਚਰਨ ਦਾ ਉਹਨੂੰ ਜਿੰਦਾ ਕਰਤਾ। ਤੇ ਫਿਰ ਮਹਾਰਾਜ ਨੇ ਬਚਨ ਕਹੇ, ਜਿੰਨਾ ਚਿਰ ਸਰੀਰ ਕਰਕੇ ਗੁਰਿਆਈ ਤੇ ਬਿਰਾਜਮਾਨ ਹਾਂ, ਗੋਇੰਦਵਾਲ ਦੇ ਅੰਦਰ ਕੋਈ ਚੜ੍ਹਾਈ ਨਹੀਂ ਕਰੇਗਾ। ਸੂਰਬੀਰ ਬਚਨ ਕੇ ਬਲੀ, ਕਿਸੇ ਮਨੁੱਖ ਨੇ ਤਾਂ ਕੀ ਚੜ੍ਹਾਈ ਕਰਨਾ ਸੀ। ਹਜ਼ੂਰ ਨੇ ਜਿੰਨਾ ਚਿਰ ਸਰੀਰ ਕਰਕੇ ਗੁਰਿਆਈ ਕੀਤੀ ਹੈ, ਕੋਈ ਪਸ਼ੂ ਪਕਸ਼ੀ ਨਹੀਂ ਸੀ ਮਰਿਆ ਗੋਇੰਦਵਾਲ ਸਾਹਿਬ ਦੇ ਅੰਦਰ। ਕਾਲ ਹੀ ਬੰਨ੍ਹ ਦਿੱਤਾ ਸੀ ਸੱਚੇ ਪਾਤਸ਼ਾਹ ਨੇ। ਇਹ ਸਾਧ ਸੰਗਤ ਜੀ, ਕੇਵਲ ਕਿਤਾਬਾਂ ਵਿੱਚ ਲਿਖਿਆ ਹੋਇਆ ਗੁਰੂ ਇਤਿਹਾਸ ਨਹੀਂ, ਧਰਤੀ ਦੀ ਛਾਤੀ ਤੇ ਲਿਖਿਆ ਹੋਇਆ ਗੁਰੂ ਇਤਿਹਾਸ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਆਪਣੀ ਰਸਨਾ ਤੋਂ ਇਹ ਕਹੇ ਹੋਏ ਬਚਨ ਤੇ ਭੱਟਾਂ ਨੇ ਸਿਫਤ ਕਰਦਿਆਂ ਹੋਇਆਂ, ਜਸ ਕਰਦਿਆਂ ਹੋਇਆਂ ਕਿਹਾ, ਗੋਬਿੰਦਵਾਲ ਗੋਬਿੰਦਪੁਰੀ ਸਮ, ਜਲਨ ਤੀਰ ਪਿਆ ਪਾਸ ਬਣਾਇਓ। ਜਲਨ ਭੱਟ ਜੀ ਕਹਿੰਦੇ, ਹੈ ਗੁਰੂ ਅਮਰਦਾਸ ਸਾਹਿਬ ਜੀ, ਆਪਨੇ ਗੋਇੰਦਵਾਲ ਸਾਹਿਬ ਨੂੰ ਸੱਚਖੰਡ ਹੀ ਬਣਾ ਦਿੱਤਾ। ਜਿੱਥੇ ਕੋਈ ਮਰੇ ਨਾ ਉਹਨੂੰ ਸੱਚਖੰਡ ਹੀ ਕਹਿੰਦੇ ਆ।
ਇਹੋ ਜੀ ਅਦੁੱਤੀ ਨਗਰੀ ਵਸਾ ਦਿੱਤੀ। ਫਿਰ ਮਹਾਰਾਜ ਜੀ ਨੇ ਪੰਜਵੇਂ ਸਰੂਪ ਦੇ ਅੰਦਰ ਸੰਮਣ ਤੇ ਮੁਸਣ ਦੀ ਸਾਖੀ ਆਉਂਦੀ ਹੈ, ਤੇ ਫਿਰ ਉਹਨੂੰ ਕਿਹਾ ਸੀ ਕਿ ਸੰਮਣ ਜੋ ਇਸ ਪ੍ਰੇਮ ਕੀ ਦਮ ਕਿਉ ਹੋਤੀ ਸਾਠ, ਰਾਵਨ ਹੋਤੇ ਸੁਰੰਕ ਨਹਿ ਜਿਨ ਸਿਰ ਦੀਨੇ ਕਾਟ। ਸੰਮਣਾ ਮਾਣ ਨਾ ਕਰੀ ਕਿ ਪੁੱਤ ਦਾ ਸਿਰ ਵੱਢ ਕੇ ਹੰਕਾਰ ਨਾ ਕਰ ਲਈ, ਕਿਤੇ ਗੁਰੂ ਕਿਆਂ ਸੇਵਾ ਕੀਤੀ ਹੈ। ਜੇ ਪੁੱਤਰ ਦਾ ਸਿਰ ਵੱਢ ਕੇ ਵੀ ਗੁਰੂ ਕਿਆਂ ਦੀ ਸੇਵਾ ਮਿਲ ਜੇ ਤਾਂ ਸਸਤਾ ਸੌਦਾ ਹੈ। ਮਹਾਰਾਜ ਜੀ ਨੇ ਕੱਟਿਆ ਹੋਇਆ ਸਿਰ ਜੋੜ ਦਿੱਤਾ ਸੀ। ਫਿਰ ਸਾਧ ਸੰਗਤ ਜੀ ਸਤਵੇਂ ਸਰੂਪ ਵਿੱਚ ਬ੍ਰਾਹਮਣ ਦਾ ਪੁੱਤਰ ਜਿੰਦਾ ਕੀਤਾ ਸੀ। ਕੀਰਤਪੁਰ ਵਾਹਿਗੁਰੂ ਕਰਤਾਰਪੁਰ ਸਾਹਿਬ ਜਲੰਧਰ ਦੇ ਨੇੜੇ ਮਹਾਰਾਜ ਦਾ ਵਸਾਇਆ ਹੋਇਆ ਗੁਰੂ ਅਰਜਨ ਸਾਹਿਬ ਦਾ ਨਗਰ। ਫਿਰ 10ਵੇਂ ਜਾਮੇ ਵਿੱਚ ਸਤਿਗੁਰਾਂ ਜੀ ਨੇ ਪੰਜਾਂ ਦੇ ਸੀਸ ਲਏ ਹੈ, ਤੇ ਫਿਰ ਉਹਨਾਂ ਨੂੰ ਸੁਰਜੀਤ ਕੀਤਾ ਹੈ। ਇਉਂ ਕਈ ਸ਼ੰਕਾ ਕਰ ਲੈਂਦੇ ਆ ਜ਼ਰੂਰ ਕਿ ਵੇਖੋ ਜੀ ਮਰਿਆ ਬੰਦਾ ਜਿਉਂ ਕਿਵੇਂ ਸਕਦਾ। ਜਿਵੇਂ ਕਥਾ ਆ ਰਹੀ ਸੀ, ਭਗਤ ਨਾਮਦੇਵ ਜੀ ਨੇ ਮਰੀ ਹੋਈ ਗਾਂ ਜਿਉਂਦੀ ਕਰ ਦਿੱਤੀ ਸੀ ਤੇ ਇਹਦੀ ਗਵਾਹੀ ਬਾਣੀ ਦੇ ਰਹੀ ਹੈ। ਕੱਟਿਆ ਹੋਇਆ ਸਿਰ, ਆਪਾਂ ਕਹਿੰਦੇ ਆ ਕਿ ਮਹਾਰਾਜ ਜੀ ਨੇ ਨਾ ਤੰਬੂ 'ਚ ਬੱਕਰੇ ਵੱਢੇ ਸੀ ਤੇ ਸਿਰ ਨਹੀਂ ਸੀ ਲਏ ਪੰਜਾਂ ਪਿਆਰਿਆਂ ਦੇ। ਫਿਰ ਤਾਂ ਸਾਧ ਸੰਗਤ ਜੀ ਨੀਂਹ ਮਹਾਰਾਜ ਨੇ ਪੰਥ ਦੀ ਬੱਕਰਿਆਂ ਦੇ ਸਿਰ ਤੇ ਰੱਖੀ ਹੋਈ। ਪੰਥ ਦੀ ਨੀਂਹ ਸੱਚੇ ਪਾਤਸ਼ਾਹ ਜੀ ਨੇ ਪੰਜਾਂ ਪਿਆਰਿਆਂ ਦੇ ਸੀਸ ਤੇ ਰੱਖੀ ਹੈ। ਸਤਿਗੁਰ ਮੇਰਾ ਮਾਰ ਜੀਵਾਲੇ, ਸਤਿਗੁਰ ਮੇਰਾ ਸਦ ਪ੍ਰਤਪਾਲੇ। ਫਿਰ ਭਾਵੇਂ ਇਹ ਸ਼ਬਦ ਨੇ ਭਗਤ ਨਾਮਦੇਵ ਜੀ ਦੇ ਕਹੇ ਕਿ ਬਿਸਮਲ ਕੀਆ ਨਾ ਜੀਵੈ ਕੋਏ। ਬਿਸਮਲ ਕਹਿੰਦੇ ਗਲਾ ਕੱਟ ਦੇਣ ਨੂੰ। ਗਲਾ ਕੱਟਿਆ ਹੋਵੇ ਜਿਸ ਗਾਂ ਦਾ, ਤੇ ਭਗਤ ਜੀ ਕਹਿੰਦੇ ਉਹ ਕੋਈ ਮਰਿਆ ਹੋਇਆ ਜਿੰਦਾ ਥੋੜਾ ਹੋ ਸਕਦਾ। ਉਹ ਗੱਲ ਇਹ ਹੋਈ ਸੀ ਸਾਧ ਸੰਗਤ ਜੀ, ਉਹਦੇ ਪਿੱਛੇ ਕਾਰਨ ਸੀਗਾ। ਕਾਰਨ ਇਹ ਸੀ ਕਿ ਭਗਤ ਨਾਮਦੇਵ ਜੀ ਦੇ ਸਮਕਾਲੀ ਭਗਤ ਹੋਏ ਆ ਜੈਦੇਵ ਜੀ। ਇਹ ਜੈਦੇਵ ਜੀ ਬ੍ਰਾਹਮਣ ਸੀਗੇ ਤੇ ਇਹ ਚੜ੍ਹਾਈ ਕਰ ਗਏ ਸੀ। ਜਦੋਂ ਚੜ੍ਹਾਈ ਕਰ ਗਏ ਇਹਨਾਂ ਦੀ ਅਰਥੀ ਉਠਾ ਕੇ ਲਈ ਜਾਂਦੇ ਸੀ, ਤੇ ਉਹਨਾਂ ਸਮਿਆਂ ਵਿੱਚ ਜਿਹੜੀ ਇਸਤਰੀ ਹੁੰਦੀ ਸੀ ਨਾ, ਉਹਨੂੰ ਉਸ ਸਮੇਂ ਦੁਲਹਨ ਵਾਲੇ ਕੱਪੜੇ ਪਾ ਕੇ ਤੇ ਨਾਲ ਹੀ ਚਿਖਾ ਤੇ ਸਤੀ ਕਰ ਦਿੱਤਾ ਜਾਂਦਾ ਸੀ। ਜਦੋਂ ਜੈਦੇਵ ਜੀ ਦੀ ਅਰਥੀ ਲਈ ਜਾ ਰਹੇ ਸੀ ਤੇ ਇਹਨਾਂ ਦੇ ਘਰੋਂ ਇਹਨਾਂ ਦੀ ਧਰਮ ਪਤਨੀ ਨੇ ਸਾਰੇ ਵਿਵਾਹ ਵਾਲੇ ਕੱਪੜੇ ਪਾਏ ਹੋਏ, ਦੁਲਹਨ ਵਾਲੇ ਕੱਪੜੇ ਪਾਏ ਹੋਏ, ਤੇ ਅਰਥੀ ਦੇ ਨਾਲ ਨਾਲ ਤੁਰੀ ਜਾ ਰਹੀ ਹੈ ਸਤੀ ਹੋਣ ਵਾਸਤੇ। ਅਰਥੀ ਲੈ ਕੇ ਜਿਸ ਰਾਹ ਜਾ ਰਹੇ ਉੱਥੇ ਭਗਤ ਨਾਮਦੇਵ ਜੀ ਸੁਰਤ ਲਾਈ ਬੈਠੇ ਆ। ਜੈਦੇਵ ਜੀ ਦੀ ਪਤਨੀ ਦੇ ਮਨ ਵਿੱਚ ਆਇਆ, ਅੱਛਾ ਹੁਣ ਸਤੀ ਤਾਂ ਹੋ ਹੀ ਜਾਣਾ ਹੈ, ਚਲੋ ਭਗਤ ਨੂੰ ਨਮਸਕਾਰ ਹੀ ਕਰ ਚਲੀਏ। ਭਗਤ ਨਾਮਦੇਵ ਜੀ ਨੂੰ ਉਹਨੇ ਆ ਕੇ ਨਮਸਕਾਰ ਕੀਤੀ। ਜਦੋਂ ਨਮਸਕਾਰ ਕੀਤੀ ਨਾ ਭਗਤ ਨਾਮਦੇਵ ਜੀ ਨੂੰ, ਉਹਦੇ ਗਹਿਣੇ ਛਣਕੇ ਤੇ ਨਾਮਦੇਵ ਜੀ ਦੀ ਅੱਖ ਖੁੱਲ ਗਈ। ਅੱਖ ਖੁੱਲੀ ਜਦੋਂ ਤਾਂ ਜੈਦੇਵ ਜੀ ਦੀ ਪਤਨੀ ਨੂੰ ਵੇਖਿਆ, ਤੇ ਜਦੋਂ ਉਹਨੂੰ ਵੇਖਿਆ ਤੇ ਉਹਨੂੰ ਵੇਖਦਿਆਂ ਸਾਰ ਹੀ ਨਾਮਦੇਵ ਜੀ ਕਹਿੰਦੇ ਸਦਾ ਸੁਹਾਗਣ ਰਹੋ। ਇਹ ਬੋਲ ਕਹਿ ਉਹ ਕਹਿਣ ਲੱਗੀ, ਮਹਾਰਾਜ ਮੇਰਾ ਤਾਂ ਪਤੀ ਚੜ੍ਹਾਈ ਕਰ ਗਿਆ ਜੈਦੇਵ ਤੇ ਤੁਸੀਂ ਮੈਨੂੰ ਸਦਾ ਸੁਹਾਗਣ ਰਹਿਣ ਦਾ ਵਰ ਦੇਤਾ, ਤੇ ਉਹਦੀ ਤਾਂ ਅਰਥੀ ਲਈ ਜਾਂਦੇ ਆ। ਉਹਨੂੰ ਮੋੜ ਲਿਆਏ, ਕਹਿੰਦੇ ਵੇਖੋ ਭਗਤ ਨੇ ਬਚਨ ਕਿਹਾ ਮੇਰੇ ਪਤੀ ਦੀ ਅਰਥੀ ਇੱਥੇ ਰੱਖੋ। ਹੁਣ ਭਗਤ ਨਾਮਦੇਵ ਜੀ ਦੇ ਅੱਗੇ ਇਹਨਾਂ ਨੇ ਮੈਨੂੰ ਸਦਾ ਸੁਹਾਗਣ ਰਹਿਣ ਦਾ ਵਰ ਦੇ ਦਿੱਤਾ, ਹੁਣ ਮੇਰਾ ਪਤੀ ਜਿੰਦਾ ਕਰੋ। ਅਰਥੀ ਮੋੜ ਲਿਆਏ। ਮਰੀ ਹੋਈ ਉਹ ਦੇ ਜੈਦੇਵ ਦਾ ਸਰੀਰ ਸਾਹਮਣੇ ਰੱਖ ਦਿੱਤਾ। ਨਾਮਦੇਵ ਜੀ ਮਨ ਵਿੱਚ ਸੋਚਣ ਲੱਗੇ, ਮਨਾ ਚੋਪੀ ਰਹਿਨੋ, ਵੇਖਦਿਆਂ ਸਾਰੀ ਤੂੰ ਵਰ ਦੇ ਦਿੱਤਾ। ਤੇ ਲੋਕ ਆਉਂਦੇ ਨਹੀਂ ਸੀ ਅਰਥੀ ਲੈ ਕੇ। ਉਹ ਕਹਿੰਦੇ ਕਿ ਨਾਮਦੇਵ ਤਾਂ ਪਾਗਲ ਹੈ, ਤੂੰ ਨਾਮਦੇਵ ਦੇ ਆਖੇ ਲੱਗ ਰਹੀ ਹੈ, ਇਹ ਤਾਂ ਪਾਗਲ ਹੈ, ਇਹ ਤਾਂ ਕਮਲਾ ਹੈ, ਮਰਿਆ ਥੋੜ੍ਹਾ ਕੋਈ ਜਿੰਦਾ ਹੁੰਦਾ। ਭਗਤ ਨਾਮਦੇਵ ਜੀ ਨੇ ਫਿਰ ਉਹਨਾਂ ਦੀਆਂ ਜਿਹੜੀਆਂ ਗੱਲਾਂ ਸੀ ਸੁਣ ਕੇ ਸ਼ਬਦ ਉਚਾਰਿਆ। ਗੁਰੂ ਗ੍ਰੰਥ ਸਾਹਿਬ 'ਚ ਦਰਜ ਹੈ, ਮਹਾਰਾਜ ਸਾਹਿਬ ਜੀ ਨੇ ਦਰਜ ਕੀਤਾ। ਕੀ ਕਹਿੰਦੇ ਆ? ਕਹਿੰਦੇ ਮੈਂ ਬੌਰੀ
ਮੇਰਾ ਰਾਮ ਪਤਾਰ। ਇਹ ਭਗਤ ਨਾਮਦੇਵ ਜੀ ਕਹਿੰਦੇ ਮੈਂ ਬੌਰੀ ਮੇਰਾ ਰਾਮ ਪਤਾਰ। ਕਹਿੰਦੇ ਉਹ ਸੰਸਾਰ ਦੇ ਲੋਕੋ ਮੈਂ ਵਾਕਈ ਬੌਰੇ ਕਮਲਾ ਹੀ ਹਾਂ। ਆਪਣੇ ਆਪ ਨੂੰ ਐਕਸੈਪਟ ਕਰ ਲਿਆ ਕਿ ਕਮਲਾ ਸ਼ਦਾਈ ਹਾਂ। ਭਗਤ ਕਬੀਰ ਸਾਹਿਬ ਜੀ ਨੇ ਵੀ ਕਿਹਾ ਕਿ ਮੈਂ ਕਮਲਾ ਵਾਂ, ਸੰਸਾਰ ਮੈਨੂੰ ਕਮਲਾ ਕਹਿੰਦਾ ਹੈ, ਵਿਗੜਿਆ ਹੋਇਆ ਕਹਿੰਦਾ ਹੈ। ਤੇ ਕਿਹਾ ਮੈਂ ਵਿਗੜਿਓ ਵਿਗੜਿਆ ਮਤ ਔਰਾ। ਕਬੀਰ ਸਾਹਿਬ ਜੀ ਕਹਿੰਦੇ ਮੈਂ ਵਿਗੜ ਗਿਆ, ਹੋਰ ਨਾ ਕੋਈ ਵਿਗੜ ਜਿਓ। ਪਰ ਕਹਿੰਦੇ ਮੈਂ ਕੱਲਾ ਨਹੀਂ ਵਿਗੜਿਆ, ਗੰਗਾ ਕੇ ਸੰਗ ਸਲਤਾ ਬਿਗੜੀ, ਸੋ ਸਲਤਾ ਗੰਗਾ ਹੈ ਨਿਬਰੀ। ਵਿਗੜਿਓ ਕਬੀਰਾ ਰਾਮ ਦੁਹਾਈ। ਕਹਿੰਦੇ ਰਾਮ ਦੀ ਦੁਹਾਈ ਮੈਂ ਵਿਗੜ ਗਿਆ ਜੇ ਨਾਮ ਜਪਣ ਵਿੱਚ ਵਿਗੜ ਗਿਆ। ਸੰਸਾਰ ਦੇ ਲੋਕ ਆਪ ਵਿਗੜੇ ਹੋਏ ਆ, ਉਹ ਭਗਤ ਨੂੰ ਵਿਗੜਿਆ ਹੋਇਆ ਦੱਸਦੇ। ਜਿਹੜਾ ਭਜਨ ਕਰਦਾ, ਸਤਸੰਗਤ ਕਰਦਾ, ਭਟਕਿਆ ਹੋਇਆ ਮਨੁੱਖ ਉਹਨੂੰ ਵਿਗੜਿਆ ਹੋਇਆ ਦੱਸਦਾ ਹੈ, ਪਰ ਵਿਗੜਿਆ ਹੋਇਆ ਆਪ ਹੁੰਦਾ। ਜਦੋਂ ਭਗਤ ਨਾਮਦੇਵ ਜੀ ਨੇ ਵਜਦ ਵਿੱਚ ਆ ਕੇ ਸ਼ਬਦ ਉਚਾਰਿਆ ਤੇ ਜੈਦੇਵ ਬ੍ਰਾਹਮਣ ਉੱਠ ਕੇ ਬੈਠ ਗਿਆ ਸੀ। ਜਦੋਂ ਇਹ ਗੱਲ ਸਭ ਥਾਵਾਂ ਤੇ ਫੈਲੀ, ਬੜਾ ਰੌਲਾ ਪਿਆ, ਬੜਾ ਜਸ ਵਧਿਆ ਨਾਮਦੇਵ ਜੀ ਦਾ। ਉਸ ਗੁੱਸੇ ਵਿੱਚ ਆ ਕੇ ਸਲੇਮ ਬਾਦਸ਼ਾਹ ਦੇ ਕਾਜ਼ੀਆਂ ਨੇ ਸ਼ਿਕਾਇਤ ਕੀਤੀ ਵੀ ਇਹ ਬੜੀ ਇਹਦੀ ਸ਼ੋਭਾ ਹੋ ਰਹੀ ਹੈ ਕਿ ਮਰਿਆ ਜਿੰਦਾ ਕਰਤਾ, ਮਰਿਆ ਜਿੰਦਾ ਕਰਤਾ, ਫੜੋ ਇਹਨੂੰ। ਉਹ ਗਾਂ ਸੀ ਤੇ ਉਹਨਾਂ ਪਕੜ ਕੇ ਬਿਸਮਲ ਕਰ ਦਿੱਤੀ, ਉਹਦਾ ਗਲਾ ਦਿੱਤਾ ਕੱਟ। ਤੇ ਕਹਿੰਦੇ ਆਹ ਚੰਗਾ ਮੌਕਾ ਹੈ, ਇਹਨੂੰ ਕਹਿੰਦੇ ਜਾਂ ਤਾਂ ਗਾਂ ਜਿੰਦੀ ਕਰਨੀ ਤੇ ਤੈਨੂੰ ਵੀ ਮਾਰਾਂਗੇ। ਉਹ ਸਾਖੀ। ਤੇ ਜਦੋਂ ਫਿਰ ਭਗਤ ਨਾਮਦੇਵ ਜੀ ਨੂੰ ਜ਼ਬਰਦਸਤੀ ਕਹਿੰਦੇ ਨੇ ਕਿ ਜਾਂ ਤਾਂ ਗਾਂ ਜਿੰਦੀ ਕਰ ਦੇ ਤੇ ਜਾਂ ਫਿਰ ਤੂੰ ਮੁਸਲਮਾਨ ਬਣ ਜਾ, ਨਹੀਂ ਤਾਂ ਫਿਰ ਨਾ ਤਰ ਗਰਦਨ ਮਾਰੋ ਠਾਏ, ਨਹੀਂ ਤਾਂ ਹੁਣੇ ਤੇਰਾ ਸਿਰ ਵੱਢ ਕੇ ਸਿੱਟ ਦਾਂਗੇ। ਭਗਤ ਨਾਮਦੇਵ ਜੀ ਦੀ ਗਵਾਹੀ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਹੈ ਕਿ ਆਪ ਨਿਰੰਕਾਰ ਨੇ ਪ੍ਰਤੱਖ ਦਰਸ਼ਨ ਦੇ ਕੇ ਭਗਤ ਨਾਮਦੇਵ ਜੀ ਨੂੰ ਮਰੀ ਹੋਈ ਗਊ ਜਿੰਦੀ ਕਰ ਦਿੱਤੀ। ਗਊ ਦੁਹਾਈ ਬਛੜਾ ਮੇਲ, ਗੁਰੂ ਗ੍ਰੰਥ ਸਾਹਿਬ ਦੀਆਂ ਪੰਕਤੀਆਂ। ਗਊ ਦੁਹਾਈ ਦਾ ਭਾਵ ਹੁੰਦਾ ਚੁਆ ਦਿੱਤੀ, ਬਛੜਾ ਛੱਡ ਕੇ ਮਰੀ ਗਊ ਜਿੰਦੀ ਕਰ ਦਿੱਤੀ। ਅਸੀਂ ਇਸ ਨੂੰ ਬੜਾ ਆਸ਼ਚਰਜ ਮੰਨਦੇ, ਪਰ ਨਾਮ ਦੀ ਸ਼ਕਤੀ ਵਾਸਤੇ ਕੁਝ ਵੀ ਆਸ਼ਚਰਜ ਨਹੀਂ। ਮਹਾਰਾਜ ਸੱਚੇ ਪਾਤਸ਼ਾਹ ਵਾਸਤੇ ਆਸ਼ਚਰਜ ਨਹੀਂ। ਫਿਰ ਭੇਦ ਜ਼ਰੂਰ ਮਨ ਦੇ ਅੰਦਰ ਪੈ ਜਾਂਦਾ ਜੀ, ਉਹ ਤਾਂ ਬੜਾ ਸਮਾਂ ਬੀਤ ਗਿਆ। ਪਰ ਗੁਰੂ ਗ੍ਰੰਥ ਸਾਹਿਬ ਜੀ ਦੀ ਗਵਾਹੀ ਜਿਹੜੀ ਹੈ ਨਾ, ਅੱਜ ਤੋਂ 500-700 ਸਾਲ ਪਹਿਲਾਂ ਹੀ ਹੈ। ਸਤਿਗੁਰੂ ਜੀ ਬਾਣੀ ਵਿੱਚ ਗਵਾਹੀ ਦੇ ਰਹੇ ਆ। ਕਿੰਨੀਆਂ ਗਵਾਹੀਆਂ ਨੇ। ਨਾਮਦੇਵ ਜੀ ਦੀ ਛੰਨ ਬੰਨੀ ਸੀ ਪਰਮੇਸ਼ਰ ਨੇ ਪ੍ਰਤੱਖ ਹੋ ਕਰਕੇ, ਤੇ ਭਗਤ ਪ੍ਰਹਿਲਾਦ ਜੀ ਦੀ ਰੱਖਿਆ ਕੀਤੀ ਸੀ, ਥੰਮ ਪਾੜ ਕੇ ਰੂਪ ਧਾਰ ਲਿਆ ਸੀ। ਕਹਿੰਦੇ ਲੈ ਰੱਬ ਹੁਣ ਤੇਰੀ ਸਹਾਇਤਾ ਕਰਨ ਨੂੰ ਕਿੱਧਰੋਂ ਆ ਜਾਊਗਾ, ਇਸ ਤਰ੍ਹਾਂ ਕਹਿੰਦੇ ਆ। ਹਰਨਾਕਸ਼ ਵੀ ਇਵੇਂ ਹੀ ਕਹਿੰਦਾ ਸੀ, ਕਹਿੰਦੇ ਦੱਸ ਕਿੱਥੇ ਤੇਰਾ ਪਰਮਾਤਮਾ, ਦੱਸ ਕਿੱਥੇ ਹੈ ਤੇਰਾ ਰੱਬ। ਤੇ ਭਗਤ ਪ੍ਰਹਿਲਾਦ ਜੀ ਕਹਿੰਦੇ ਪਿਤਾ ਜੀ ਇਹ ਪੁੱਛੋ ਵੀ ਕਿੱਥੇ ਨਹੀਂ ਆ ਮੇਰਾ ਪਰਮੇਸ਼ਰ, ਉਹ ਤਾਂ ਹਰ ਥਾਂ ਤੇ ਮੌਜੂਦ ਹੈ। ਥੰਮ ਵੱਲ ਵੇਖ ਰਹੇ ਸੀ ਨਾਮਦੇਵ ਜੀ, ਵਾਹਿਗੁਰੂ ਭਗਤ ਪ੍ਰਹਿਲਾਦ ਜੀ, ਤੇ ਹੱਸ ਰਹੇ ਸੀ। ਉਹਦੇ ਵਿੱਚ ਦੀ ਪਰਮੇਸ਼ਰ ਦਾ ਦਰਸ਼ਨ ਹੋ ਰਿਹਾ ਸੀ। ਮੁਲਤਾਨ ਦੇ ਵਿੱਚ ਉਹ ਮੰਦਿਰ ਹੈ। ਤੇ ਜਦੋਂ ਉਸ ਵੱਲ ਵੇਖਦੇ ਪਏ ਆ, ਕਹਿੰਦੇ ਹਰਨਾਕਸ਼ ਗੁੱਸੇ ਵਿੱਚ ਆ ਕੇ ਕਹਿੰਦਾ ਇਸ ਥੰਮ ਵਿੱਚ ਆ ਤੇਰਾ ਪਰਮਾਤਮਾ। ਕਹਿੰਦੇ ਹਾਂ ਪਿਤਾ ਜੀ ਉਹ ਪਰਮੇਸ਼ਰ ਇਹਦੇ ਵਿੱਚ ਵੀ ਹੈਗਾ। ਕਹਿੰਦੇ ਗੁੱਸੇ ਵਿੱਚ ਆ ਕੇ ਉਹਨੇ ਗੁਰਜ ਦਾ ਵਾਰ ਮਾਰਿਆ ਤੇ ਮਹਾਰਾਜ ਕਹਿੰਦੇ ਥੰਮ ਉਪਾੜ ਹਰ ਕੀਆ ਵਿਸਥਾਰ। ਥੰਮ ਨੂੰ ਪਾੜ ਕੇ ਵੀ ਕਦੇ ਕੋਈ ਪ੍ਰਗਟ ਹੋਇਆ, ਪਰ ਮਹਾਰਾਜ ਹੋ ਗਏ ਪ੍ਰਗਟ। ਫਿਰ ਗੁਰੂ ਗ੍ਰੰਥ ਸਾਹਿਬ ਜੀ ਗਵਾਹੀ ਦਿੰਦੇ ਆ, ਭਾਈ ਗੁਰਦਾਸ ਸਾਹਿਬ ਦੀਆਂ ਵਾਰਾਂ ਗਵਾਹੀ ਦਿੰਦੀਆਂ ਕਿ ਥੰਮ ਨੂੰ ਪਾੜ ਕੇ ਮਹਾਰਾਜ ਪ੍ਰਗਟ ਹੋ ਗਏ, ਸਾਹਮਣੇ ਰੂਪ ਦਿਖਾਇਆ, ਕਰਤਾ ਆਪਣਾ ਰੂਪ ਦਿਖਾਇਆ, ਨਰ ਤੇ ਸਿੰਘ ਦਾ ਰੂਪ ਧਾਰਨ ਕੀਤਾ ਹੋਇਆ। ਸਾਖੀ ਲੰਬੀ ਹੈ, ਪਰ ਮੇਰਾ ਕਹਿਣ ਤੋਂ ਭਾਵ ਹੁਣ ਜਿਹੜਾ ਆਪਣਾ ਪ੍ਰਕਰਣ ਇਹ ਹੈ ਕਿ ਆਪਾਂ ਸੋਚਦੇ ਹਾਂ, ਸਾਡਾ ਮਨ ਇਸ ਤੇ ਫੁਰਨਾ ਕਰਦਾ ਹੈ, ਬੁੱਧੀ ਤੁਲਨਾ ਕਰਦੀ ਹੈ ਕਿ ਹੋ ਨਹੀਂ ਸਕਦਾ,
ਪਰ ਮਹਾਰਾਜ ਦੀ ਬਾਣੀ ਕਹਿੰਦੀ ਹੈ ਕਰਨਹਾਰ ਕੋ ਕਿਛ ਅਚਰਜ ਨਾ ਹੈ। ਪਰਮੇਸ਼ਰ ਵਾਸਤੇ ਕੁਝ ਵੀ ਅਚਰਜ ਨਹੀਂ ਹੈ। ਤੇ ਜਿਨ੍ਹਾਂ ਨੇ ਪਰਮੇਸ਼ਰ ਦਾ ਨਾਮ ਜਪਿਆ ਉਹਨਾਂ ਨੂੰ ਪਤਾ ਚੱਲ ਜਾਂਦਾ ਹੈ ਕਿ ਵਾਹਿਗੁਰੂ ਅਚਰਜ ਵੈ ਵਿਸਮਾਦ ਹੈ। ਸਮਰੱਥ ਸਤਿਗੁਰੂ ਸਭ ਕੁਝ ਕਰ ਸਕਦੇ ਹੈ। ਗਰੀਬ ਨਿਵਾਜ ਸੱਚੇ ਪਾਤਸ਼ਾਹ ਨੇ ਪੰਜਾਂ ਦੇ ਸੀਸ ਲੈ ਕਰਕੇ ਸਤਿਗੁਰਾਂ ਜੀ ਨੇ ਉਹਨਾਂ ਨੂੰ ਸੁਰਜੀਤ ਕਰਕੇ ਖੰਡੇ ਦੀ ਅੰਮ੍ਰਿਤ ਦੀ ਦਾਤ ਬਖਸ਼ਿਸ਼ ਕੀਤੀ ਸੀ। ਪੰਥ ਦਾ ਨੀਂਹ ਪੱਥਰ ਮਹਾਰਾਜ ਜੀ ਨੇ ਰੱਖਿਆ ਸੀ ਗਰੀਬ ਨਿਵਾਜ ਨੇ। ਫਿਰ ਇੱਕ ਜ਼ਿਕਰ ਆਉਂਦਾ ਹੈ ਜਦੋਂ ਪਾਕਿਸਤਾਨ ਤੇ ਹਿੰਦੁਸਤਾਨ ਅਜੇ ਵੱਖਰੇ ਨਹੀਂ ਸੀ ਹੋਏ। ਲਾਹੌਰ ਦੀ ਬਾਤ ਹੈ, ਬਾਬਾ ਕੁੰਮਾ ਸਿੰਘ ਜੀ ਮਹਾਂਪੁਰਖ ਹੋਏ ਤੇ ਇੱਕ ਮਾਤਾ ਸੇਵਾ ਕਰਦੀ ਹੁੰਦੀ ਸੀ ਉਸ ਸਥਾਨ ਤੇ ਉਹਦਾ ਪੁੱਤਰ ਚੜ੍ਹਾਈ ਕਰ ਗਿਆ। ਉਹ ਲੈ ਕੇ ਆ ਗਈ ਲੋਥ ਆਪਣੇ ਪੁੱਤਰ ਦੀ। ਮਹਾਂਪੁਰਖਾਂ ਨੂੰ ਕਹਿੰਦੇ ਤੁਸੀਂ ਕਥਾ 'ਚ ਬੜੀਆਂ ਸਾਖੀਆਂ ਸੁਣਾਉਂਦੇ ਆ ਕਿ ਮਰਿਆ ਜਿੰਦਾ ਹੋ ਜਾਂਦਾ ਹੈ, ਮੈਂ ਹੁਣ ਤਾਂ ਮੰਨਾਂ ਜੇ ਮੇਰਾ ਪੁੱਤਰ ਮਰਿਆ ਜਿੰਦਾ ਕਰੋ। ਕਹਿੰਦੇ ਮਾਤਾ ਇਹ ਤਾਂ ਪਰਮੇਸ਼ਰ ਦੀ ਨੀਅਤ ਹੈ, ਵਾਹਿਗੁਰੂ ਦਾ ਹੁਕਮ ਹੈ। ਸੰਸਾਰ ਵਿੱਚ ਜਿਹੜਾ ਜੀ ਆਇਆ ਉਹਨੇ ਇੱਕ ਦਿਨ ਜਾਣਾ ਹੈ। ਕਹਿਣ ਲੱਗੇ ਤੁਸੀਂ ਕਹਿੰਦੇ ਅੰਮ੍ਰਿਤ ਵਿੱਚ ਇੰਨੀ ਸ਼ਕਤੀ ਹੈ ਕਿ ਮੁਰਦਾ ਜਿਉਂਦਾ ਹੋ ਜਾਂਦਾ ਹੈ, ਮੈਂ ਤਾਂ ਮੰਨਾਂ ਜੇ ਮੇਰੇ ਪੁੱਤਰ ਨੂੰ ਜਿਉਂਦਾ ਕਰੋ। ਤਾਂ ਹੁਣ ਕਿਉਂ ਤਾਂ ਹਰੇਕ ਹੀ ਤਰਕਾਂ ਕਰਨ ਨੂੰ ਤਾਂ ਸੰਸਾਰ ਬਥੇਰਾ ਬੈਠਾ, ਪਰ ਉਹ ਕਰਦੀ ਸੀ ਸੇਵਾ। ਕਹਿਣ ਲੱਗੇ ਮਾਤਾ ਮੇਰੇ ਵਿੱਚ ਤਾਂ ਸ਼ਕਤੀ ਹੈ ਨਹੀਂ ਕੋਈ, ਪਰ ਜੇ ਤੂੰ ਹੁਣ ਇਹ ਮਨ ਦਾ ਸੰਕਲਪ ਹੀ ਕਰ ਲਿਆ ਤਾਂ ਆਪਾਂ ਸਤਿਗੁਰਾਂ ਦੇ ਚਰਨਾਂ 'ਚ ਅਰਦਾਸ ਕਰਦੇ। ਮਹਾਂਪੁਰਖਾਂ ਨੇ ਪੰਜਾਂ ਸਿੰਘਾਂ ਵਿੱਚ ਲੱਗ ਕੇ ਅੰਮ੍ਰਿਤ ਦਾ ਬਾਟਾ ਤਿਆਰ ਕੀਤਾ, ਗੁਰੂ ਸਾਹਿਬ ਦੇ ਸਨਮੁਖ ਅਰਦਾਸ ਕੀਤੀ ਤੇ ਉਸ ਮੁਰਦੇ ਦੇ ਮੂੰਹ ਵਿੱਚ ਜਦੋਂ ਅੰਮ੍ਰਿਤ ਪਾਇਆ ਤੇ ਨਾਲ ਕਹਿੰਦੇ ਆ ਬੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਚਾਰ ਪੈਰ ਦਾ ਮੁਰਦਾ ਉੱਠ ਕੇ ਬੈਠ ਗਿਆ, ਉਸਨੇ ਫਤਿਹ ਬੁਲਾ ਦਿੱਤੀ। ਇਹ ਸਾਧ ਸੰਗਤ ਜੀ ਸਾਡੇ ਮਨ ਦੇ ਭਰਮ ਹੈ ਜਿਸ ਕਰਕੇ ਸਾਨੂੰ ਵਾਹਿਗੁਰੂ ਸਪਰਸ਼ ਨਹੀਂ ਹੁੰਦਾ। ਪੂਰੇ ਗੁਰੂ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਨਿਰੰਕਾਰ ਦੇ ਘਰ ਦੀ ਸਤਿਗੁਰੂ ਸਾਨੂੰ ਸੋਝੀ ਦਿੰਦੇ ਹੋਏ ਉਪਦੇਸ਼ ਬਖਸ਼ਿਸ਼ ਕਰਦੇ ਆ। ਥੋੜੇ ਸਮੇਂ 'ਚ ਹੀ ਆਪਾਂ ਸਮਾਪਤੀ ਕਰਾਂਗੇ। ਗਰੀਬ ਨਿਵਾਜ ਸਤਿਗੁਰੂ ਜੀ ਸਾਨੂੰ ਪਵਿੱਤਰ ਉਪਦੇਸ਼ ਦਿੰਦੇ ਹਨ। ਨਾਸੀ ਜੀਵਨ ਕੋ ਦਾਤਾ। ਮਹਾਰਾਜ ਕਹਿੰਦੇ ਜਿਹੜਾ ਪਰਮੇਸ਼ਰ ਹੈ ਨਾ ਉਹ ਅਬਨਾਸੀ ਹੈ, ਨਾਸ ਤੋਂ ਰਹਿਤ ਹੈ। ਉਹ ਮਰਦਾ ਤੇ ਜੰਮਦਾ ਨਹੀਂ, ਉਹ ਸਦਾ ਰਹਿਣ ਵਾਲਾ ਹੈ। ਸੰਸਾਰ ਦੇ ਅੰਦਰ ਜੀ ਆ ਰਹੇ ਆ, ਮਰ ਕੇ ਜਾ ਰਹੇ ਆ। ਪਰਮੇਸ਼ਰ ਐਸਾ ਨਹੀਂ ਕਿ ਉਹ ਬਦਲ ਜਾਂਦਾ ਹੈ, ਉਹ ਅਬਨਾਸੀ ਹੈ ਤੇ ਜੀਵਨ ਕੋ ਦਾਤਾ, ਜੀਆਂ ਨੂੰ ਦਾਤਾਂ ਦੇ ਦੇਣ ਵਾਲਾ ਹੈ। ਜੋ ਵੀ ਉਹਦੇ ਕੋਲੋਂ ਕੋਈ ਮੰਗਦਾ ਹੈ ਵਾਹਿਗੁਰੂ ਸਭ ਦੇ ਤਾਈਂ ਦਾਤਾਂ ਦੇਣ ਵਾਲਾ ਏ। ਸਿਮਰਤ ਸਭ ਮਲ ਕੋਈ। ਜੇ ਉਹਦੇ ਨਾਮ ਨੂੰ ਸਿਮਰੀਏ ਤੇ ਉਹਦੇ ਨਾਲ ਕੀ ਬਰਕਤ ਹੁੰਦੀ ਹੈ। ਹਜ਼ੂਰ ਕਹਿੰਦੇ ਸਾਰੀਆਂ ਮੈਲਾਂ ਨਾਸ਼ ਹੋ ਜਾਂਦੀਆਂ। ਵਾਹਿਗੁਰੂ ਦੇ ਨਾਮ ਨੂੰ ਜੇ ਸਿਮਰੀਏ ਪ੍ਰੀਤ ਲਾ ਕਰਕੇ। ਜਿਹੜਾ ਸਾਧ ਸੰਗਤ ਜੀ ਸਾਡਾ ਮਨ ਹੈ ਨਾ ਇਹ ਬਹੁਤ ਮੈਲਾ ਹੈ, ਜਿਸ ਕਰਕੇ ਭਜਨ ਵਿੱਚ ਚਿੱਤ ਨਹੀਂ ਜੁੜਦਾ। ਕਈਆਂ ਦਾ ਥੋੜਾ ਜੁੜਦਾ ਹੈ, ਕਈਆਂ ਦਾ ਬਹੁਤਾ ਜੁੜਦਾ ਹੈ। ਉਵੇਂ ਹੀ ਹੈ ਕਿ ਥੋੜੀ ਮੈਲ ਹੈ ਚਿੱਤ ਦੇ ਉੱਤੇ, ਬਹੁਤੀ ਮੈਲ ਹੈ ਚਿੱਤ ਦੇ ਉੱਤੇ, ਪਰ ਹੈ ਇਹ ਮੈਲਾ। ਮਲ ਵਖੇਪ ਦੀਆਂ ਮੈਲਾਂ ਇਹਨੂੰ ਚਿੰਬੜਦੀਆਂ ਰਹਿੰਦੀਆਂ। ਹਜ਼ੂਰ ਕਹਿੰਦੇ ਨੇ ਜੋ ਨਾਸ਼ ਤੋਂ ਰਹਿਤ ਪਰਮੇਸ਼ਰ ਹੈ, ਤੇਰੀਆਂ ਸਾਰੀਆਂ ਹੀ ਮੰਗਾਂ ਪੂਰੀਆਂ ਕਰਦਾ ਹੈ। ਜੇ ਉਹਨੂੰ ਤੂੰ ਸਿਮਰੇ ਨਾ ਚੇਤੇ ਕਰੇ ਤੇ ਫਿਰ ਤੇਰੀਆਂ ਸਾਰੀਆਂ ਮੈਲਾਂ ਖੋ ਦੇਵੇਗਾ। ਤੇਰਾ ਮਨ ਧੁੱਪ ਜਾਵੇਗਾ, ਮਨ ਤੇਰਾ ਸਵੱਛ ਹੋ ਜਾਵੇਗਾ, ਸੁੱਧ ਹੋ ਜਾਵੇਗਾ। ਸਿਮਰਤ ਸਭ ਮਲ ਹੋਈ। ਵਾਹਿਗੁਰੂ ਨੂੰ ਸਿਮਰਨੇ ਕਰਕੇ ਤੇ ਮਹਾਰਾਜ ਜੀ ਨੇ ਕਿਹਾ ਸਿਮਰੋ ਸਿਮਰ ਸਿਮਰ ਸੁਖ ਪਾਵੋ। ਫਿਰ ਫਲ ਮਿਲਦਾ ਹੈ, ਇੱਕ ਤਾਂ ਸੁਖ ਪਾਵੋ ਤੇ ਮਹਾਰਾਜ ਕਹਿੰਦੇ ਆ ਕਲ ਕਲੇਸ਼ ਤਨ ਮਾਹੇ ਮਿਟਾ। ਜਿੰਨਾ ਤੇਰੇ ਅੰਦਰ ਕਲੇਸ਼ ਪਿਆ ਹੋਇਆ ਨਾ ਵਿਕਾਰਾਂ ਦਾ, ਇਹ ਸਾਰਾ ਹੀ ਮਿਟ ਜਾਏਗਾ ਤੇਰੇ ਤਨ ਦੇ ਅੰਦਰੋਂ। ਪਰ ਜੇ ਤੂੰ ਸਿਮਰੇਂਗਾ ਮਨ ਕਰਕੇ, ਸਿਮਰੇਂਗਾ ਬਾਣੀ ਕਰਕੇ, ਸਿਮਰੇਂਗਾ ਸਰੀਰ ਕਰਕੇ,
ਫਿਰ ਤੂੰ ਸੁਖ ਪਾਵੇਂਗਾ ਆਤਮਿਕ ਆਨੰਦ ਦਾ। ਹਜ਼ੂਰ ਕਹਿੰਦੇ ਨੇ ਮੈਲਾਂ ਸਾਰੀਆਂ ਹੀ ਜਿਸ ਵਾਹਿਗੁਰੂ ਦੇ ਸਿਮਰਨ ਕਰਨੇ ਕਰਕੇ ਨਾਸ਼ ਹੋ ਜਾਂਦੀਆਂ ਨੇ। ਗੁਣ ਨਿਧਾਨ ਭਗਤਨ ਕੋ ਬਰਤਨ। ਜਿਹੜਾ ਗੁਣਾਂ ਦਾ ਨਿਧਾਨ ਖਜ਼ਾਨਾ ਹੈ ਨਾ ਵਾਹਿਗੁਰੂ ਦੇ ਨਾਮ ਦਾ, ਇਹ ਵਾਹਿਗੁਰੂ ਦੇ ਭਗਤਾਂ ਦੇ ਵਰਤਣ ਲਈ ਮਹਾਰਾਜ ਨੇ ਬਣਾਇਆ ਹੈ। ਜਿਹੜਾ ਨਾਮ ਦਾ ਖਜ਼ਾਨਾ ਹੈ ਨਾ, ਸੰਤਨ ਹੱਥ ਰਾਖੀ ਪੂੰਜੀ। ਇੱਕ ਜਿੰਦਰਾ ਹੁੰਦਾ ਹੈ ਤੇ ਉਹਦੀ ਹੁੰਦੀ ਹੈ ਪੂੰਜੀ, ਚਾਬੀ। ਭੰਡਾਰ ਕਿਹੜਾ ਨਾਮ ਦਾ? ਮੇਰੇ RAM ਕੋ ਭੰਡਾਰ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨਾਮ ਦਾ ਖਜ਼ਾਨਾ ਨੇ। ਤੇ ਇਸ ਨਾਮ ਦੇ ਖਜ਼ਾਨੇ ਦੀ ਚਾਬੀ ਕਿੱਥੇ ਰੱਖੀ ਹੈ? ਜਿਹੜੇ ਕਮਾਈ ਕਰਦੇ ਆ ਗੁਰਮੁਖ, ਨਾਮ ਦੇ ਪ੍ਰੇਮ ਵਾਲੇ, ਮਹਾਰਾਜ ਨੇ ਉਹਨਾਂ ਦੇ ਹੱਥ ਵਿੱਚ ਚਾਬੀ ਦਿੱਤੀ ਹੋਈ ਹੈ। ਤੇ ਚਾਬੀ ਦੇ ਕੇ ਜੇ ਕੋਈ ਖਜ਼ਾਨੇ ਦੀ ਚਾਬੀ ਦੇਵੇ ਤੇ ਨਾਲ ਹੀ ਤਕੀਦ ਕਰਦਾ ਧਿਆਨ ਨਾਲ ਖਰਚਣੇ, ਵੇਖੀ ਕਿਤੇ ਘਟ ਨਾ ਜਾਵੇ। ਪਰ ਮਹਾਰਾਜ ਜਿਨ੍ਹਾਂ ਨੂੰ ਸੰਤਨ ਹੱਥ ਰਾਖੀ ਪੂੰਜੀ ਨਾਲ ਚਾਬੀ ਦਿੰਦੇ ਐ ਤੇ ਨਾਲ ਮਹਾਰਾਜ ਕਹਿੰਦੇ ਖਾਵੋ ਖਰਚੋ ਰਲ ਮਿਲ ਭਾਈ, ਟੋਟ ਨਾ ਆਵੇ ਵੱਧ ਦੋ ਜਾਈ। ਮਹਾਰਾਜ ਕਹਿੰਦੇ ਟੋਟਾ ਆਉਣਾ ਹੀ ਨਹੀਂ ਇਹਦਾ। ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਕਿ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਨੇ ਨਾ ਬ੍ਰਹਮ ਗਿਆਨ ਐ ਵੰਡਤਾ ਜਿਵੇਂ ਛੋਲਿਆਂ ਦਾ ਪ੍ਰਸ਼ਾਦ ਵੰਡੀਦਾ। ਇਹ ਤਾਂ 22 ਮੰਜੀਆਂ ਜਿਹੜੀਆਂ ਹਨ ਦਿੱਤੀਆਂ ਹੋਈਆਂ, ਭਾਵ 22 ਸਿੱਖਾਂ ਨੂੰ ਤੇ 72 ਪੀੜੇ ਮਾਈਆਂ ਨੂੰ ਤਾਂ ਮੁੱਖ ਸੀਗੇ ਜਿਨ੍ਹਾਂ ਦੇ ਨਾਮ ਆਉਂਦੇ, ਜਿਨ੍ਹਾਂ ਨੂੰ ਪ੍ਰਚਾਰਕ ਥਾਪਿਆ ਸੀ। ਉਵੇਂ ਤਾਂ ਮਹਾਰਾਜ ਦੇ ਸਿੱਖ ਕਿੰਨੇ ਕੁ ਗਿਆਨਵਾਨ ਹੋਏ, ਉਹ ਗਿਣਤੀ ਨਹੀਂ ਕੋਈ। ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਇੰਨਾ ਨਾਮ ਦਾ ਖਜ਼ਾਨਾ ਵੰਡਿਆ। ਬਾਬਾ ਬੁੱਢਾ ਸਾਹਿਬ ਜੀ ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਦਰਸ਼ਨ ਕਰਨ ਆਏ ਨਾ, ਦੂਸਰੇ ਯੁੱਧ ਦੀ ਸਮਾਪਤੀ ਤੋਂ ਬਾਅਦ, ਉਸ ਸਮੇਂ ਬਾਬਾ ਬੁੱਢਾ ਸਾਹਿਬ ਨੂੰ ਪਿਆਰ ਨਾਲ ਸਤਿਗੁਰੂ ਜੀ ਕਹਿੰਦੇ, ਬਾਬਾ ਬੁੱਢਾ ਸਾਹਿਬ ਸਾਨੂੰ ਵੱਡਿਆਂ ਸਤਿਗੁਰਾਂ ਜੀ ਦਾ ਕੋਈ ਬਚਨ ਸੁਣਾਓ। ਤੇ ਬਾਬਾ ਬੁੱਢਾ ਸਾਹਿਬ ਕਹਿੰਦੇ ਮਹਾਰਾਜ ਤੁਸੀਂ ਆਪ ਹੀ ਵਰਤੇ ਆ, ਮੈਨੂੰ ਵਡਿਆਈ ਦਿੰਦੇ ਆ ਸੇਵਕ ਜਾਣ ਕੇ। ਮਹਾਰਾਜ ਕਹਿੰਦੇ ਸਾਡੀ ਇੱਛਾ ਹੈ ਸੁਣਾਓ। ਅੱਛਾ ਮਹਾਰਾਜ ਜੇ ਤੁਹਾਡੀ ਇੱਛਾ ਤੇ ਜ਼ਰੂਰ ਸੁਣਾਉਣੇ। ਬਾਬਾ ਬੁੱਢਾ ਸਾਹਿਬ ਨੇ ਆਖਿਆ ਮਹਾਰਾਜ ਜਦੋਂ ਆਪ ਨੇ ਤੀਜਾ ਰੂਪ ਧਾਰਿਆ ਤੇ ਇੰਨਾ ਨਾਮ ਦਾ ਖਜ਼ਾਨਾ ਵੰਡਿਆ ਤੇ ਇੱਕ ਦਿਨ ਸਾਡੇ ਮਨ ਵਿੱਚ ਖਿਆਲ ਆਇਆ ਕਿ ਗੁਰੂ ਨਾਨਕ ਸਾਹਿਬ ਨੇ ਨਾਮ ਦਾ ਖਜ਼ਾਨਾ ਜਿਹੜਾ ਗੁਰੂ ਅੰਗਦ ਸਾਹਿਬ ਨੂੰ ਦਿੱਤਾ ਸੀ ਤੇ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਨੇ ਗੁਰੂ ਅਮਰਦਾਸ ਸਾਹਿਬ ਜੀ ਨੂੰ ਸੌਂਪਿਆ। ਹਜ਼ੂਰ ਨੇ ਤਾਂ ਦੋਹਾਂ ਹੱਥਾਂ ਨਾਲ ਲੁਟਾਤਾ ਸਾਰਾ। ਤੇ ਵੇਖੀਏ ਨਾਮ ਦਾ ਖਜ਼ਾਨਾ ਹੁਣ ਕਿੰਨਾ ਕਰਿਆ ਗਿਆ, ਮੁੱਕਤ ਨਹੀਂ ਗਿਆ। ਕਹਿੰਦੇ ਜਦੋਂ ਜਿਹੜੀ ਸੁਰਤ ਸਾਨੂੰ ਗੁਰੂ ਨਾਨਕ ਸਾਹਿਬ ਨੇ ਦਿੱਤੀ ਸੀ, ਉਸ ਦਿਵ ਦ੍ਰਿਸ਼ਟੀ ਦੇ ਨਾਲ ਜਦੋਂ ਅਸੀਂ ਗੁਰੂ ਨਾਨਕ ਸਾਹਿਬ ਦਾ ਨਾਮ ਦਾ ਖਜ਼ਾਨਾ ਵੇਖਿਆ ਤਾਂ ਮਹਾਰਾਜ ਉਹ ਤਾਂ ਅੱਗੇ ਨਾਲੋਂ ਵੀ ਹੋਰ ਭਰਿਆ ਹੋਇਆ ਸੀ। ਇਹ ਗੁਰੂ ਹਰਗੋਬਿੰਦ ਸਾਹਿਬ ਨੂੰ ਬਚਨ ਸੁਣਾਉਂਦਿਆਂ ਹੋਇਆਂ ਬਾਬਾ ਬੁੱਢਾ ਸਾਹਿਬ ਨੇ ਵਾਕ ਕਹੇ। ਇਹ ਸਤਿਗੁਰੂ ਜੀ ਦੇ ਨਾਮ ਦਾ ਖਜ਼ਾਨਾ ਹੈ। ਜਿਹੜਾ ਪ੍ਰੀਤ ਨਾਲ ਜਪਦਾ ਮਹਾਰਾਜ ਉਹਦੇ ਹੱਥ 'ਚ ਹੀ ਸਭ ਕੁਝ ਬਖਸ਼ਿਸ਼ ਕਰ ਦਿੰਦੇ, ਸਾਰਾ ਕੁਝ ਹੀ ਸੌਂਪ ਦਿੰਦੇ ਆ ਸਤਿਗੁਰੂ ਜੀ। ਆਪਣੇ ਸਿੱਖ ਕੋਲੋਂ ਕੁਝ ਵੀ ਲੁਕਾ ਕੇ ਨਹੀਂ ਮਹਾਰਾਜ ਰੱਖਦੇ। ਪਰ ਕੋਈ ਵਿਰਲਾ ਮਹਾਰਾਜ ਕਹਿੰਦੇ ਇਸ ਨੂੰ ਪ੍ਰਾਪਤ ਕਰਦਾ ਜਿਹੜਾ ਬਾਬਾ ਬੁੱਢਾ ਸਾਹਿਬ ਜੀ ਵਾਂਗ ਨਿਮਰਤਾ ਰੱਖ ਕੇ ਸੇਵਾ ਕਰੇ, ਭਾਈ ਗੜੀਆ ਜੀ ਵਾਂਗ ਸੇਵਾ ਕਰੇ। ਕਿਉਂਕਿ ਸਾਰਾ ਸੰਸਾਰ ਦਾ ਮਾਣ ਗਵਾ ਕੇ ਖਜ਼ਾਨਾ ਮਿਲਦਾ ਹੈ। ਜੇ ਕਰਕੇ ਮਨ ਦੇ ਅੰਦਰ ਦੇਹ ਦਾ ਪਿਆਰ ਬਣਿਆ ਰਵੇ ਨਾ ਤਾਂ ਫਿਰ ਇਹ ਖਜ਼ਾਨਾ ਨਹੀਂ ਮਿਲਦਾ। ਸਤਿਗੁਰੂ ਜੀ ਦੇ ਘਰੋਂ ਇਹ ਖਜ਼ਾਨਾ ਵਿਰਲਿਆਂ ਨੂੰ ਪ੍ਰਾਪਤ ਹੁੰਦਾ, ਕਿਉਂਕਿ ਖੰਡੇ ਵਰਗੀ ਧਾਰ ਤੇ ਚੱਲਣਾ ਕੋਈ ਵਿਰਲਾ ਤੁਰਦਾ ਏ। ਮੇਰੇ ਮਨ ਜਪ ਗੁਰ ਗੋਪਾਲ ਪ੍ਰਭ ਸੋਈ। ਹਜ਼ੂਰ ਮਨ ਨੂੰ ਸਿੱਖਿਆ ਦਿੰਦੇ ਹੋਏ ਕਹਿੰਦੇ ਆਪਣੇ ਮਨ ਨੂੰ ਸਿੱਖਿਆ ਦੇਈਏ, ਹੈ ਮੇਰੇ ਮਨਾ ਗੁਰੂ ਸਾਹਿਬ ਉਸ ਪਰਮੇਸ਼ਰ ਦਾ ਸਰੂਪ ਨੇ। ਗੁਰੂ ਸਾਹਿਬ ਦੀ ਸਿੱਖਿਆ ਦੁਆਰਾ ਉਸ ਪਰਮੇਸ਼ਰ ਦਾ ਨਾਮ, ਪ੍ਰਿਥਵੀ ਦੇ ਪਾਲਕ ਦਾ ਨਾਮ ਤੂੰ ਜਪ ਆਪਣੀ ਰਸਨਾ ਦੇ ਨਾਲ। ਜੇ ਜਪੇਗਾ ਤੇਰਾ ਮਾਣ ਘਟੇਗਾ, ਜਪੇਗਾ ਤੇਰੇ ਅੰਦਰੋਂ ਹਉਮੈ ਘਟੇਗੀ।
ਹੌਲੀ ਹੌਲੀ ਔਗਣ ਘਟਦੇ ਜਾਣਗੇ, ਗੁਣ ਵੱਧਦੇ ਜਾਣਗੇ। ਸਤਿਗੁਰੂ ਜੀ ਦੇ ਕੋਲੋਂ ਆ ਕੇ ਗੁਣ ਖਰੀਦਿਆ ਕਰ। ਐਵੇਂ ਵਹਿਮਾਂ ਭਰਮਾਂ 'ਚ ਨਾ ਪਿਆ ਕਰ, ਸ਼ੰਕਿਆਂ ਤੇ ਤਰਕਾਂ ਵਿੱਚ ਨਾ ਪਿਆ ਕਰ। ਪ੍ਰੇਮ ਦੇ ਮਾਰਗ ਤੇ ਚੱਲ, ਤੇਰੇ ਗੁਰੂ ਸਾਹਿਬ ਨੇ ਆਪੇ ਹੀ ਸਾਰੇ ਵਹਿਮ ਭਰਮ ਦੂਰ ਕਰ ਦੇਣੇ ਆ। ਤੇਰੀਆਂ ਤਰਕਾਂ, ਤੇਰੇ ਸ਼ੰਕੇ ਸਭ ਨਾਸ਼ ਕਰ ਦੇਣੇ ਆ। ਪਰ ਤੂੰ ਸਿੱਖੀ ਪਿਆਰ ਨਾਲ ਕਮਾ, ਜਪ ਗੁਰ ਗੋਪਾਲ ਪ੍ਰਭ ਸੋਈ। ਉਸ ਪਰਮੇਸ਼ਰ ਦਾ, ਪ੍ਰithvi ਦੇ ਪਾਲਕ ਦਾ ਨਾਮ ਜਪ। ਜਿਸ ਪਰਮੇਸ਼ਰ ਦੇ ਨਾਮ ਦੇ ਜਪਿਆ ਹਿਰਦੇ ਤੋਂ ਅਗਿਆਨ ਨਾਸ਼ ਹੋ ਜਾਂਦਾ ਹੈ, ਗਿਆਨ ਦਾ ਪ੍ਰਕਾਸ਼ ਹੁੰਦਾ ਹੈ। ਗੁਰੂ ਸਾਹਿਬ ਜੀ ਉਸ ਪਰਮੇਸ਼ਰ ਦਾ ਸਰੂਪ ਨੇ, ਜਿਨ੍ਹਾਂ ਨੇ ਦੀਕਸ਼ਾ ਮੰਤਰ ਦਿੱਤਾ ਹੈ। ਉਸ ਦੀਕਸ਼ਾ ਮੰਤਰ ਨੂੰ, ਵਾਹਿਗੁਰੂ ਮੰਤਰ ਨੂੰ ਜਪਣਾ ਕਰ। ਜਾਂ ਕੀ ਸਰਣ ਪਿਆ ਸੁਖ ਪਾਈਐ। ਜਿਸ ਗੁਰੂ ਸਾਹਿਬ ਦੀ ਸ਼ਰਨ ਪਿਆ, ਜਿਸ ਪਰਮੇਸ਼ਰ ਦੀ ਸ਼ਰਨ ਪਿਆ, ਸੁਖ ਪਾਈਏ। ਆਤਮਿਕ ਆਨੰਦ ਦਾ ਸੁਖ ਪਾ ਲਈਦਾ ਹੈ, ਹਿਰਦੇ ਦਾ ਸੁਖ ਪਾ ਲਈਦਾ ਜਿਸ ਸਤਿਗੁਰਾਂ ਦੀ ਸ਼ਰਨ ਪਿਆ ਹੋਇਆ। ਬਹੁੜ ਦੁਖ ਨਾ ਹੋਈ। ਬਹੁੜੋ ਫਿਰ ਜੰਮਣ ਤੇ ਮਰਨ ਦਾ ਦੁੱਖ ਨਹੀਂ ਆ ਕਰਕੇ ਚਿੰਬੜਦਾ, ਫਿਰ ਕੋਈ ਦੁੱਖ ਨਹੀਂ ਆ ਕਰਕੇ ਲੱਗਦਾ। ਜੇ ਕਰਕੇ ਤੂੰ ਗੁਰੂ ਸਾਹਿਬ ਦੀ ਸ਼ਰਨ ਪੈ ਜੇ। ਆਪਾਂ ਮਹਾਰਾਜ ਦੀ ਸ਼ਰਨ ਪੈਂਦੇ ਆ, ਮੱਥਾ ਟੇਕਦੇ ਆ, ਪਰ ਜਦੋਂ ਮੱਥਾ ਟੇਕਦੇ ਆ ਫਿਰ ਸੱਚੇ ਪਾਤਸ਼ਾਹ ਜੀ ਦੀ ਸਿੱਖਿਆ ਨਹੀਂ ਮੰਨਦੇ। ਸਿੱਖਿਆ ਮੰਨਣਾ ਸ਼ਰਨ ਪੈਣਾ ਹੁੰਦਾ, ਮਹਾਰਾਜ ਦੀ ਸਿੱਖਿਆ ਨੂੰ ਕਮਾਉਣਾ ਸ਼ਰਨ ਪੈਣਾ ਹੈ। ਪ੍ਰਤੱਖ ਵੀ ਮੱਥਾ ਟੇਕੀਏ, ਕਿਉਂਕਿ ਇਸ ਮੱਥਾ ਟੇਕਣ ਨਾਲ ਵੀ ਬੜਾ ਵੱਡਾ ਫਲ ਹੈ। ਕੋਈ ਕਹਿੰਦੇ ਲਓ ਮੱਥਾ ਟੇਕਣ ਨਾਲ ਕੀ ਮਿਲਦਾ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੇ ਕੋਲ ਸਲਾਰਦੀਨ ਕਾਜੀ ਨੇ ਕਿਹਾ ਸੀ, ਮਹਾਰਾਜ ਕੋਲ ਮੱਥਾ ਟੇਕਣ ਵਾਲਿਆਂ ਦੀ ਕਤਾਰ ਲੱਗੀ ਪਈ ਹੈ। ਗੁਰੂ ਸਾਹਿਬ ਦੇ ਕੋਲੋਂ ਜੇ ਕੋਈ ਮੰਗਦਾ ਤੇ ਮਹਾਰਾਜ ਸਭ ਦਾਤਾਂ ਦੇ ਰਹੇ ਆ। ਉਹਨੇ ਮੌਕਾ ਵੇਖ ਕੇ ਮਹਾਰਾਜ ਨੂੰ ਪ੍ਰਸ਼ਨ ਕੀਤਾ, ਕਹਿੰਦਾ ਸਤਿਗੁਰੂ ਜੀ, ਇਹ ਜੋ ਲੋਕ ਆਪ ਨੂੰ ਸਿਜਦਾ ਕਰਦੇ ਆ, ਮਹਾਰਾਜ ਮੇਰੇ ਮਨ 'ਚ ਇੱਕ ਸ਼ੰਕਾ ਆ ਗਿਆ ਇਹਨਾਂ ਬਾਬਤ। ਹਜ਼ੂਰ ਕਹਿੰਦੇ ਦੱਸੋ ਕਾਜੀ ਜੀ ਕੀ ਗੱਲ ਹੈ। ਕਹਿੰਦਾ ਮਹਾਰਾਜ ਜਿਹੜਾ ਤੁਸੀਂ ਜੇ ਕੋਈ ਮੰਗਦਾ ਤੇ ਉਹਨੂੰ, ਕੋਈ ਪੁੱਤਰ ਦੀ ਦਾਤ ਮੰਗਦਾ ਤੇ ਆਪ ਪੁੱਤਰ ਦੀ ਦਾਤ ਦੇ ਰਹੇ ਹੋ, ਕੋਈ ਦੌਲਤ ਮੰਗਦਾ, ਧਨ ਮੰਗਦਾ, ਤੁਸੀਂ ਇਹ ਦਾਤਾਂ ਦੇ ਰਹੇ ਹੋ। ਮਹਾਰਾਜ ਜੇ ਖੁਦਾ ਨੇ ਇਹਨਾਂ ਦੇ ਕਰਮਾਂ 'ਚ ਲਿਖਿਆ ਹੀ ਨਹੀਂ ਤੇ ਤੁਸੀਂ ਦੇ ਰਹੇ ਹੋ ਤਾਂ ਫਿਰ ਤਾਂ ਹੁਕਮ ਵਿੱਚ ਦਖਲ ਦੇ ਰਹੇ ਹੋ। ਤੇ ਜੇ ਲਿਖਿਆ ਹੋਇਆ ਇਹਨਾਂ ਦੇ ਕਰਮਾਂ ਵਿੱਚ ਤੇ ਤੁਹਾਡਾ ਕਹਿਣਾ ਤਾਂ ਮਹਾਰਾਜ ਫਿਰ ਐਵੇਂ ਤੁਸੀਂ ਆਪਣੀ ਪ੍ਰਭਤਾ ਹੀ ਕਰਾ ਰਹੇ। ਸਲਾਰਦੀਨ ਕਾਜੀ ਨੇ ਕਿਹਾ ਕਿ ਜੇ ਪਹਿਲਾਂ ਹੀ ਲਿਖਿਆ ਹੋਇਆ ਖੁਦਾ ਨੇ ਇਹਨਾਂ ਦੇ ਕਰਮਾਂ 'ਚ, ਤੁਹਾਡਾ ਕਹਿਣਾ ਤਾਂ ਫਿਰ ਮਹਾਰਾਜ ਨਿਸਫਲ ਹੀ ਹੈ। ਹਜ਼ੂਰ ਹੱਸ ਪਏ ਸੁਣ ਕੇ, ਕਿਉਂਕਿ ਦਾਨੇ ਕਦੇ ਕਾਲੇ ਨਹੀਂ ਪੈਂਦੇ। ਫਿਰ ਸਤਿਗੁਰੂ ਜੀ ਕਹਿੰਦੇ ਸਲਾਰਦੀਨ ਕਾਜੀ ਤੂੰ ਪ੍ਰਸ਼ਨ ਬੜਾ ਵਧੀਆ ਕੀਤਾ। ਸਾਨੂੰ ਵੀ ਆਵੇ ਕੋਈ ਮੱਥਾ ਟੇਕੇ ਕਹੇ ਕਿ ਮੱਥਾ ਟੇਕਣ ਨਾਲ ਕੀ ਮਿਲਦਾ। ਕਈ ਸ਼ੰਕਾ ਕਰਦੇ ਤੇ ਫਿਰ ਟੇਕਦੇ ਹੀ ਨਹੀਂ ਜਾਂ ਆਉਂਦੇ ਹੀ ਨਹੀਂ। ਗਰੀਬ ਨਿਵਾਜ ਸੱਚੇ ਪਾਤਸ਼ਾਹ ਨੇ ਆਪਣੇ ਖਜ਼ਾਨਚੀ ਕਾਰਦਾਰ ਨੂੰ ਕਿਹਾ, ਭਾਈ ਸਿੰਘਾ ਜਾਂ ਅੰਦਰੋਂ ਮੋਹਰ ਲੈ ਕੇ ਆ। ਫਾਰਸੀ ਦੇ ਅੱਖਰਾਂ ਵਿੱਚ ਮਹਾਰਾਜ ਦੀ ਮੋਹਰ ਹੁੰਦੀ ਸੀ। ਸੱਚੇ ਪਾਤਸ਼ਾਹ ਜੀ ਨੇ ਮੋਹਰ ਮੰਗਾਈ ਹੈ ਤੇ ਮਹਾਰਾਜ ਸਾਹਿਬ ਜੀ ਨੇ ਮੋਹਰ ਦਿਖਾ ਕੇ ਕਾਜੀ ਨੂੰ ਪੁੱਛਿਆ, ਸਲਾਰਦੀਨ ਵੇਖ ਇਸ ਮੋਹਰ ਤੇ ਕੀ ਲਿਖਿਆ, ਭਲਾ ਪੜ੍ਹ ਖਾਂ। ਕਹਿੰਦਾ ਮਹਾਰਾਜ ਇਹ ਤਾਂ ਅੱਖਰ ਪੁੱਠੇ ਆ, ਪੜ੍ਹੇ ਨਹੀਂ ਜਾਂਦੇ। ਸਤਿਗੁਰੂ ਜੀ ਨੇ ਠੱਪਾ ਲਾ ਕੇ ਨਾ ਸਿਆਹੀ ਦਾ ਤੇ ਕਾਗਜ਼ ਤੇ ਲਾਤੀ ਮੋਹਰ। ਮਹਾਰਾਜ ਕਹਿੰਦੇ ਹੁਣ ਵੇਖ ਕੀ ਲਿਖਿਆ। ਸਿੱਧੇ ਹੋ ਗਏ ਅੱਖਰ, ਝਾਟੀ ਪੜ ਗਿਆ। ਦੇਗ ਤੇਗ ਫਤਿਹ ਨੁਸਰਤ ਬੇਦਰੰਗ, ਜਾਫਤ ਅਜ ਨਾਨਕ ਗੁਰੂ ਗੋਬਿੰਦ ਸਿੰਘ। ਮੋਹਰ ਦੇ ਅੱਖਰ ਪੜ ਗਿਆ ਝਾਟੀ। ਸੱਚੇ ਪਾਤਸ਼ਾਹ ਕਹਿੰਦੇ ਕੀ ਕਾਰਨ ਹੈ, ਪਹਿਲੋਂ ਪੜ੍ਹੇ ਨਹੀਂ ਸੀ ਜਾਂਦੇ, ਹੁਣ ਝਾਟੀ ਪੜ ਲਿਆ। ਕਹਿੰਦਾ ਮਹਾਰਾਜ ਸਿੱਧੀ ਗੱਲ ਹੈ ਕਿ ਅੱਖਰ ਪਹਿਲੋਂ ਪੁੱਠੇ ਸੀ, ਨਹੀਂ ਪੜ੍ਹੇ ਜਾਂਦੇ ਸੀ, ਹੁਣ ਸਿੱਧੇ ਹੋ ਗਏ ਆ, ਝੱਟ ਪੜ੍ਹੇ ਗਏ ਆ। ਮਹਾਰਾਜ ਕਹਿੰਦੇ ਸਲਾਰਦੀਨ ਕਾਜੀ ਇਸੇ ਤਰ੍ਹਾਂ ਜੀਵ ਦੇ ਕਰਮ ਹੁੰਦੇ ਆ ਪੁੱਠੇ। ਜਦੋਂ ਕੋਈ ਆਣ ਕੇ ਪੂਰੇ ਗੁਰੂ ਦੇ ਚਰਨਾਂ 'ਚ ਮੱਥਾ ਟੇਕਦਾ ਹੈ, ਸਾਡੀ ਇਹ ਜ਼ਿੰਮੇਵਾਰੀ, ਅਸੀਂ ਉਸਦੇ ਕਰਮ ਸਿੱਧੇ ਕਰ ਦਿੰਦੇ। ਇਹ ਠੱਪਾ ਲੱਗਦਾ ਸਾਡਾ ਪਰਮੇਸ਼ਰ ਦੀ ਦਰਗਾਹ ਦੇ ਅੰਦਰ ਨਮਸਕਾਰ ਕਰਨੀ ਚਾਹੀਦੀ ਹੈ। ਇਹ ਕੋਈ ਪਖੰਡ ਨਹੀਂ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਨਮਸਕਾਰ ਗੁਰੂਦੇਵ ਕੋ,
ਗੁਰੂ ਦੇਵ ਦੇ ਅੱਗੇ ਨਮਸਕਾਰ ਕਰਨੀ। ਨਮਸਕਾਰਤ ਬਾਣੀ ਸਤਿਗੁਰਾਂ ਜੀ ਨੇ ਉਚਾਰਨ ਕੀਤੀ ਹੈ, ਗੁਰ ਪੂਰਾ ਨਮਸਕਾਰੇ ਪ੍ਰਭ ਸਭੇ ਕਾਜ ਸਵਾਰੇ। ਪੂਰੇ ਗੁਰੂ ਜੀ ਦੇ ਅੱਗੇ ਨਮਸਕਾਰ ਕਰੀਏ। ਤੇ ਇਹ ਇੱਕ ਨਹੀਂ, ਬੇਅੰਤ ਇਹੋ ਜਿਹੇ ਪ੍ਰਮਾਣ ਨੇ। ਕਿਸੇ ਦੇ ਮਨ ਦਾ ਫਿਰ ਖਿਆਲ ਹੁੰਦਾ ਹੈ ਕਿ ਮੈਂ ਸਤ ਸੰਗਤ ਜਾਂਦਾ ਹੈ, ਬਾਣੀ ਪੜ੍ਹਦਾ ਹੈ, ਮੇਰਾ ਬੜਾ ਨੁਕਸਾਨ ਹੁੰਦਾ। ਆ ਦੂਜਾ ਪੱਬਾਂ 'ਚ ਜਾਂਦਾ ਹੈ, ਬੁਰੇ ਕੰਮ ਸਾਰੇ ਕਰਦਾ, ਬੜੀਆਂ ਮੌਜਾਂ ਕਰਦਾ। ਆਪਾਂ ਇੱਦਾਂ ਸੋਚਦੇ ਰਹਿੰਦੇ ਹਾਂ, ਪਰ ਸਾਨੂੰ ਨਹੀਂ ਅੱਗਾ ਪਿੱਛਾ ਕੱਖ ਨਹੀਂ ਪਤਾ। ਪਰ ਪ੍ਰਤੱਖ ਜਦੋਂ ਸਾਹਮਣੇ ਵੇਖਦੇ ਆ, ਸਤ ਸੰਗਤ ਵੀ ਕਰਦੇ ਆ, ਤੇ ਸਾਨੂੰ ਫਿਰ ਦੁੱਖ ਲੱਗਣ, ਉਹ ਮੌਜਾਂ ਮੇਲੇ ਕਰਦੇ ਆ, ਬੜਾ ਸੁਖੀ ਰਹਿੰਦੇ ਆ। ਇਸ ਤਰ੍ਹਾਂ ਸੋਚਦਾ ਮਨ। ਸਾਧ ਸੰਗਤ ਜੀ, ਇਹ ਧੁਰੋਂ ਤੋਂ ਹੀ ਜੀਵ ਦੀ ਸੋਚ ਇਹੋ ਜਿਹੀ ਰਹੀ ਹੈ। ਗੁਰੂ ਨਾਨਕ ਸਾਹਿਬ ਦਾ ਇੱਕ ਸਿੱਖ ਸੀ ਕਰਤਾਰਪੁਰ ਸਾਹਿਬ, ਉਹ ਦਰਸ਼ਨ ਕਰਨ ਆਉਂਦਾ ਹੁੰਦਾ ਸੀ। ਤੇ ਉਹ ਮਹਾਰਾਜ ਕੋਲ ਆ ਕੇ ਉਹਨੇ ਸ਼ੰਕਾ ਕੀਤੀ ਇੱਕ ਦਿਨ। ਕਹਿੰਦਾ, ਮਹਾਰਾਜ ਮੇਰਾ ਭਰਾ ਸ਼ਰਾਬ ਪੀਂਦਾ ਹੈ, ਬੁਰੇ ਕਰਮ ਕਰਦਾ ਹੈ, ਅੱਜ ਅਸੀਂ ਇਕੱਠੇ ਘਰੋਂ ਤੁਰੇ ਸਾਂ ਤੇ ਮਹਾਰਾਜ ਉਹਨੂੰ ਠੇਡਾ ਲੱਗਿਆ ਤੇ ਉਹਨੂੰ ਤਾਂ ਇੱਕ ਖੁਰਜੀ ਲੱਭੀ ਤੇ ਵਿੱਚ ਸਵਾਹ ਸੀ ਤੇ ਨਾਲ 2 ਮੋਹਰਾਂ ਮਿਲੀਆਂ ਸੋਨੇ ਦੀਆਂ, ਤੇ ਮੇਰੇ ਕੰਡਾ ਵੱਜਾ, ਸਾਰਾ ਪੈਰ ਪਾੜ ਗਿਆ। ਤੇ ਉਹ ਮੈਨੂੰ ਹੱਸਦਾ ਸੀ, ਕਹਿੰਦਾ ਤੂੰ ਕਰਦਾ ਸੰਗਤ, ਵੇਖਿਆ ਪੈਰ ਪਾਟਿਆ ਤੇਰਾ, ਵੇਖ ਆਪਾਂ ਮੌਜਾਂ ਕਰੀਦੀਆਂ, 2 ਮੋਹਰਾਂ ਲੱਭੀਆਂ। ਮਹਾਰਾਜ ਦੇ ਅੱਗੇ ਉਹਨੇ ਸ਼ੰਕਾ ਕੀਤੀ। ਸਤਿਗੁਰੂ ਜੀ ਕਹਿੰਦੇ ਤੇਰੀ ਕੀਤੀ ਸੰਗਤ ਵਿਅਰਥ ਨਹੀਂ ਗਈ। ਮਹਾਰਾਜ ਕਹਿੰਦੇ ਅੱਜ ਦੇ ਦਿਨ ਤੇਰੇ ਕੀਤੇ ਕਰਮਾਂ ਮੁਤਾਬਕ ਨਾ, ਜੋ ਤੂੰ ਪਿੱਛੇ ਕਰ ਆਇਆ, ਅੱਜ ਦੇ ਦਿਨ ਤੈਨੂੰ ਸੂਲੀ ਤੇ ਟੰਗਿਆ ਜਾਣਾ ਸੀ। ਸੰਗਤ ਕਰਨ ਦੇ ਨਾਲ ਤੇਰਾ ਉਹ ਦੁੱਖ ਸੂਲ ਬਣ ਕੇ ਤੇਰੇ ਪੈਰ ਵਿੱਚ ਕੰਡਾ ਵੱਜ ਕੇ ਭੁਗਤਾਨ ਹੋ ਗਿਆ। ਤੇ ਉਹਨੇ ਇੰਨੇ ਬੁਰੇ ਕਰਮ ਕੀਤੇ, ਅੱਜ ਦੇ ਦਿਨ ਉਹਨੂੰ ਭਰੀ ਹੋਈ ਮੋਹਰਾਂ ਦੀ ਖੁਰਜੀ ਲੱਭਣੀ ਸੀ। ਬੁਰੇ ਕਰਮਾਂ ਦੇ ਨਾਲ ਸਾਰਾ ਕੁਝ ਸਵਾਹ ਹੋ ਗਿਆ, ਬਸ 2 ਮੋਹਰਾਂ ਜੋਗਾ ਹੀ ਰਿਹਾ। ਕੀਤਾ ਕਰਮ ਕਦੇ ਨਿਸਫਲ ਨਹੀਂ ਜਾਂਦਾ। ਜੇ ਬੁਰਾ ਕਰੋ ਤੇ ਉਹ ਵੀ ਫਲ ਮਿਲਦਾ ਹੈ, ਤੇ ਚੰਗਾ ਕਰੋ ਤੇ ਤਾਂ ਵੀ ਫਲ ਮਿਲਦਾ ਹੈ। ਮਹਾਰਾਜ ਕਹਿੰਦੇ ਨੇ, ਭੋਗੇ ਬਿਨ ਭਾਗਾ ਨਹੀਂ, ਕਰਮ ਗਤੀ ਬਲਵਾਨ। ਬੜੀ ਬਲਵਾਨ ਹੈ ਕਰਮਾਂ ਦੀ ਗਤੀ, ਪਰ ਜਿਹੜੇ ਗੁਰੂ ਸਾਹਿਬ ਦੀ ਚਰਨ ਸ਼ਰਨ ਵਿੱਚ ਆ ਜਾਂਦੇ, ਭੋਗਣੇ ਤਾਂ ਪੈਂਦੇ ਆ। ਮਹਾਰਾਜ ਇਸ ਤਰ੍ਹਾਂ ਕਰ ਦਿੰਦੇ, ਸੂਲੀ ਤੋਂ ਸੂਲ ਕਰ ਦਿੰਦੇ ਸੱਚੇ ਪਾਤਸ਼ਾਹ। ਵੱਡਾ ਦੁੱਖ ਛੋਟੇ 'ਚ ਭੁਗਤਾ ਕੇ ਨਿਬੇੜ ਦਿੰਦੇ ਆ। ਫਲ ਹੈ ਸਤਿਗੁਰੂ ਦੀ ਸ਼ਰਨ ਵਿੱਚ ਆਉਣ ਦਾ। ਮਹਾਰਾਜ ਜੀ ਫਰਮਾਉਂਦੇ ਹਨ, ਫਿਰ ਪੰਕਤੀ ਪੜ੍ਹਦੇ ਹੋ, ਜਾ ਕੀ ਸ਼ਰਨ ਪਿਆ ਸੁਖ ਪਾਈ ਹੈ। ਜਿਸ ਸਤਿਗੁਰੂ ਦੀ ਸ਼ਰਨ ਪਿਆ ਭਾਰੀ ਸੁਖ ਪਾਈਦਾ ਹੈ, ਲੋਕ ਪਰਲੋਕ ਦੇ ਸੁਖ ਪਾਈਦੇ ਆ। ਬਹੁੜ ਦੁਖ ਨਾ ਹੋ, ਬਹੁੜੋਂ ਫਿਰ ਦੁੱਖ ਹੁੰਦਾ ਹੀ ਨਹੀਂ, ਆ ਕਰਕੇ ਦੁੱਖ ਲੱਗਦਾ ਹੀ ਨਹੀਂ, ਦੁੱਖਾਂ ਤੋਂ ਉੱਪਰ ਹੀ ਉੱਠ ਜਾਈਦਾ। ਦੇਹ ਦਾ ਧਰਮ ਹੈ ਦੁੱਖ ਸੁੱਖ, ਪਰ ਜਦੋਂ ਦੇਹ ਤੋਂ ਹੀ ਉੱਠ ਜਾਈਦਾ ਫਿਰ ਦੁੱਖ ਲੱਗਦਾ ਹੀ ਨਹੀਂ, ਆ ਕਰਕੇ ਵਿਸ਼ਰਾਮ ਦੇ ਕੇ ਮਹਾਰਾਜ ਫਰਮਾਉਂਦੇ ਹਨ, ਵੱਡ ਭਾਗੀ ਸਾਧ ਸੰਗ ਪ੍ਰਾਪਤ। ਵੱਡਿਆਂ ਭਾਗਾਂ ਨਾਲ ਮਹਾਰਾਜ ਕਹਿੰਦੇ ਸੰਗਤ ਪ੍ਰਾਪਤ ਹੁੰਦੀ ਹੈ ਸਾਧੂਆਂ ਦੀ। ਗੁਰੂ ਸਾਹਿਬ ਦੀ ਸੰਗਤ ਐਵੇਂ ਨਹੀਂ ਪ੍ਰਾਪਤ ਹੁੰਦੀ। ਤੇਰੇ ਮਸਤਕ ਤੇ ਭਾਗ ਪਾਏ ਆ ਪਰਮੇਸ਼ਰ ਨੇ, ਤਾਂ ਤੈਨੂੰ ਸੁਣਨ ਨੂੰ ਕੀਰਤਨ ਤੇ ਸੁਣਨ ਨੂੰ ਕਥਾ ਪ੍ਰਾਪਤ ਹੁੰਦੀ ਹੈ। ਇਹ ਵੱਡਿਆਂ ਭਾਗਾਂ ਦੀ ਨਿਸ਼ਾਨੀ ਹੈ। ਮਹਾਰਾਜ ਕਹਿੰਦੇ ਵੱਡਿਆਂ ਭਾਗਾਂ ਨਾਲ ਭਾਈ ਸਾਧੂਆਂ ਦੀ ਸੰਗਤ ਪ੍ਰਾਪਤ ਹੁੰਦੀ ਹੈ। ਤਿਨ ਭੇਟਤ ਦੁਰਮਤ ਖੋਈ, ਤਿੰਨਾਂ ਸਤਸੰਗੀਆਂ ਦੇ ਮਿਲਾਪ ਕਰਕੇ, ਗੁਰੂ ਸਾਹਿਬ ਦੇ ਦਰਸ਼ਨ ਕਰਕੇ, ਜਿਹੜੀ ਦੁਰਮਤ ਬੁੱਧੀ ਹੈ ਨਾ, ਜਿਹਦੇ ਕਰਕੇ ਤੈਨੂੰ ਤਰਕਾਂ ਹੀ ਫੁਰਦੀਆਂ ਰਹਿੰਦੀਆਂ, ਸ਼ੰਕੇ ਹੀ ਫੁਰਦੇ ਰਹਿੰਦੇ ਆ, ਉਹ ਨਾਸ਼ ਹੋ ਜਾਂਦੀ। ਸੰਗਤ ਕਰਨ ਨਾਲ ਦੁਰਮਤ ਖੋਟੀ ਬੁੱਧੀ ਨਾਸ਼ ਹੋ ਜਾਂਦੀ ਹੈ। ਭਾਵ ਭਗਤੀ ਸ਼ਰਧਾ ਉਪਜ ਆਉਂਦੀ ਹੈ। ਜਿਨ ਕੀ ਧੂਰ ਨਾਨਕ ਦਾਸ ਬਾਛੈ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਨਾਮ ਜਪਣ ਵਾਲਿਆਂ ਦੀ ਕਿੱਡੀ ਉਸਤਤ ਕਰਦੇ ਆ। ਮਹਾਰਾਜ ਕਹਿੰਦੇ ਆ, ਤਿਨ ਕੀ ਧੂੜ ਨਾਨਕ ਦਾਸ ਬਾਛੈ। ਅਸੀਂ ਮਹਾਰਾਜ ਕਹਿੰਦੇ ਦਾਸਾ ਭਾਵ ਧਾਰ ਕੇ ਉਸ ਗੁਰਸਿੱਖ ਦੇ ਚਰਨਾਂ ਦੀ ਧੂੜ ਮੰਗਦੇ ਹਾਂ। ਹਰ ਨਾਮ ਹਿਰਦੈ ਪਰੋਈ, ਜਿਹਨੇ ਵਾਹਿਗੁਰੂ ਦਾ ਨਾਮ ਆਪਣੇ ਹਿਰਦੇ ਵਿੱਚ ਪਰੋ ਲਿਆ ਹੈ। ਵਾਹਿਗੁਰੂ ਦਾ ਨਾਮ ਆਪਣੇ ਹਿਰਦੇ ਦੇ ਅੰਦਰ ਜਿਵੇਂ ਧਾਗੇ ਵਿੱਚ ਫੁੱਲ ਨਹੀਂ, ਮੋਤੀ ਨਹੀਂ ਪਰੋ ਲਈਦੇ, ਇਵੇਂ ਸਾਧ ਸੰਗਤ ਜੀ ਜਿਹਨੇ ਸਵਾਸਾਂ ਰੂਪੀ ਧਾਗਾ ਪਾ ਕੇ ਨਾਮ ਰੂਪੀ ਮੋਤੀ ਪਰੋ ਲਿਆ ਹੈ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਆ, ਉਸ ਦੇ ਚਰਨਾਂ ਦੀ ਧੂੜ ਅਸੀਂ ਮੰਗਦੇ ਹਾਂ। ਮਹਾਰਾਜ ਸਾਹਿਬ ਜੀ
ਇੰਨਾ ਵਡਿਆਉਂਦੇ ਐ। ਸਤਿਗੁਰੂ ਜੀ ਨੇ ਕਿਹਾ, ਹਉ ਕੁਰਬਾਨੈ ਜਾਓ ਮਿਹਰਬਾਨਾ, ਹਉ ਕੁਰਬਾਨੈ ਜਾਓ, ਹਉ ਕੁਰਬਾਨੈ ਜਾਓ ਤਿਨਾ ਕਹਿ, ਲੈਨ ਜੋ ਤੇਰਾ ਨਾਉ, ਲੈਨ ਜੋ ਤੇਰਾ ਨਾਉ ਤਿਨਾ ਕਹਿ, ਹਉ ਸਦ ਕੁਰਬਾਨੈ ਜਾਓ। ਇਹ ਸਤਿਗੁਰੂ ਜੀ ਨੇ ਪਵਿੱਤਰ ਸਿੱਖਿਆ ਸ਼੍ਰੀ ਮੁਖਵਾਕ ਦੁਆਰਾ ਬਖਸ਼ਿਸ਼ ਕੀਤੀ ਹੈ। ਗਰੀਬ ਨਿਵਾਜ ਸਤਿਗੁਰੂ ਦੇ ਦੁਆਰੇ ਤੇ ਆ ਬੜੇ ਪਿਆਰ ਸ਼ਰਧਾ ਨਾਲ ਬੈਠ ਕੇ ਸੰਗਤ ਕੀਤੀ ਹੈ। ਮਹਾਰਾਜ ਜੀ ਦਾ ਸ਼ਬਦ ਸਰਵਣ ਕੀਤਾ ਹੈ। ਇਸ ਹਫ਼ਤੇ ਆਪ ਸੰਗਤਾਂ ਦੀ ਸੇਵਾ ਵਿੱਚ ਇੱਥੇ ਮਹਾਰਾਜ ਜੀ ਨੇ ਦਰਸ਼ਨ ਦੀਦਾਰ ਬਖਸ਼ੇ, ਗੁਰਮੁਖਾਂ ਦੇ ਦਰਸ਼ਨ ਕੀਤੇ। ਪਹਿਲੀ ਵਾਰ ਮੈਂ ਮੈਰੀਲੈਂਡ ਆਇਆ, ਬੜੇ ਸਿੰਘਾਂ ਨੇ ਪਿਆਰ ਕੀਤਾ। ਵਿਦਿਆਰਥੀਆਂ ਦੇ ਮਨ ਵਿੱਚ ਬੜਾ ਸ਼ੌਂਕ ਹੈ ਪੜ੍ਹਨ ਦਾ, ਸਿੰਘਾਂ ਨੂੰ ਬੜਾ ਸ਼ੌਂਕ ਹੈ ਕਿ ਸਾਨੂੰ ਸਾਡਾ ਗੌਰਵਮਈ ਇਤਿਹਾਸ ਪਤਾ ਲੱਗੇ। ਤੋ ਸਤਿਗੁਰੂ ਮਿਹਰ ਕਰਨ, ਇਹੋ ਜਿਹੇ ਉਪਰਾਲੇ ਤੁਸੀਂ ਕਰੋ ਤੇ ਬੱਚਿਆਂ ਨੂੰ ਜਿਹੜਾ ਹੈ ਉਹ ਗੁਰਸਿੱਖੀ ਨਾਲ ਅਤੇ ਮਹਾਰਾਜ ਦੀ ਬਾਣੀ ਦੀ ਸੁੱਧ ਸੰਥਿਆ ਨਾਲ ਜੋੜੋ, ਜਿਸ ਕਰਕੇ ਕਿ ਸਾਡਾ ਆਉਣ ਵਾਲਾ ਭਵਿੱਖ ਜਿਹੜਾ ਨਾ ਉਹ ਉੱਜਲ ਹੋਵੇ ਤੇ ਚੰਗਾ ਹੋਵੇ। ਦਾਸ ਕੋਲੋਂ ਹੋਈਆਂ ਬੇਅੰਤ ਭੁੱਲਾਂ ਦੀ ਮਾਫੀ ਬਖਸ਼ਣੀ, ਸੱਚੇ ਪਾਤਸ਼ਾਹ ਦੇ ਦਰੋਂ ਕਰੋਂ ਅਸੀਸ ਦੇਣੀ। ਮਹਾਰਾਜ ਜੀ ਦੇ ਚਰਨਾਂ ਨਾਲ, ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਚਰਨਾਂ ਨਾਲ ਪ੍ਰੀਤ ਬਣ ਆਵੇ। ਗਰੀਬ ਨਿਵਾਜ ਸੱਚੇ ਪਾਤਸ਼ਾਹ ਰਹਿਮਤ ਕਰ, ਨਾਮ ਦੀ ਦਾਤ ਝੋਲੀ ਵਿੱਚ ਪਾਉਣ, ਹੋਈਆਂ ਭੁੱਲਾਂ ਬਖਸ਼ ਲੈਣੀਆਂ ਜੀ। ਵਡ ਭਾਗੀ ਸਾਧ ਸੰਗ ਪ੍ਰਾਪਤ ਤਿਨ ਭੇਟਤ ਦੁਰਮਤ ਖੋਈ, ਤਿਨ ਕੀ ਧੂਰ ਨਾਨਕ ਦਾਸ ਬਾਂਛੈ, ਜਿਨ ਹਰ ਨਾਮ ਹਿਰਦੈ ਪਰੋਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਚੁੱਤ ਹੈ ਪਾਰ ਅਬਿਨਾਸੀ ਅਗਨਾਸ, हे पूरन हे सर्ब में दुख भंजन गुणतास, हे संगी हे निरंकार, हे निर्गुण सब, हे गोबिंद हे गुण निधान, जाकै सदा, हे अपरंपर हर हरे है भी होवन, हे संत कै सदा संग निधारा, हे ठाकुर हम दास रो, मैं निर्गुण गुण नहीं, नानक दीजै नाम दान, राखो हिय आए प्रभ शरणागति, कृपा निध एक अखर हर मन बस्त, नानक होत निहार। वाहिगुरु नाम जहाज है, चढ़े सो तरे, जो श्रद्धा कर सेवंदे, पार उतारन। कथा निता व्रत होत है, सुनो सो सिंह सुजान। नानक गुरु गोबिंद सिंह जी, सदा करे कल्याण। नानक गुरु गोबिंद सिंह जी, करे